ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਚੱਜ ਦਾ ਵਿਚਾਰ ਲੈ ਕੇ ਹਾਜ਼ਰ ਹਾਂ। ਹਰ ਰੋਜ਼ ਦੀ ਤਰ੍ਹਾਂ ਹੀ ਹਰਮਨ ਸਿੰਘ ਜੀ ਨਾਲ ਨੇ, ਖੰਘ ਸਮੇਤ। ਕਾਫੀ ਖੰਘੇ ਨੇ, ਹੌਲੀ ਹੌਲੀ ਠੀਕ ਹੋ ਜਾਣਗੇ। ਪਰ ਇਹਨਾਂ ਦਾ ਸਵਾਗਤ ਕਰਨ ਤੋਂ ਪਹਿਲਾਂ ਮੌਸਮ ਬੜਾ ਸੋਹਣਾ, ਮੌਸਮ ਖਿੜਿਆ ਹੋਇਆ, ਪੂਰੀ ਧੁੱਪ ਆ ਜਿਹੜੀ ਉਹ ਕਮਾਲ ਕਰੀ ਜਾਂਦੀ ਆ। ਅੱਜ ਕੜਿੱਲ ਕੱਢ ਧੁੱਪ ਆ, ਬੜੀ ਮਚਦੀ ਧੁੱਪ ਆ, ਬੜੀ ਸੋਹਣੀ ਧੁੱਪ ਆ। ਮੌਸਮ ਵਿਭਾਗ ਨੇ ਕਿਹਾ ਸੀ ਵੀ ਸ਼ਾਇਦ ਅੱਜ ਕਣੀਆਂ ਪੈ ਜਾਣ, ਪਰ ਪਈਆਂ ਕਿਸੇ ਪਾਸੇ ਨਹੀਂ। ਮੈਂ ਕਈ ਪਾਸੇ ਫੋਨ ਦੀ ਟੱਲੀ ਖੜਕਾਈ, ਕਿਸੇ ਨੇ ਨਹੀਂ ਕਿਹਾ ਵੀ ਸਾਡੇ ਵਾਲੇ ਪਾਸੇ ਬਦਲੀ ਹੈ। ਜਿੱਧਰ ਵੀ ਪੁੱਛਿਆ ਉਹ ਕਹਿੰਦੇ ਬਾਈ ਜੀ ਕਮਾਲਾਂ ਹੋਈਆਂ ਪਈਆਂ, ਧੁੱਪ ਨਿਕਲੀ ਪਈ ਆ। ਜਿੱਧਰ ਵੀ ਪੁੱਛਿਆ ਕਮਾਲਾਂ ਹੋਈਆਂ ਪਈਆਂ, ਧੁੱਪ ਨਿਕਲੀ ਪਈ ਆ। ਇਹ ਨਿਕਲੀ ਹੀ ਰਵੇ, ਕਮਾਲਾਂ ਹੋਈ ਜਾਣ। ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ ਹੋ? ਸਤਿ ਸ਼੍ਰੀ ਅਕਾਲ ਟਾਣਾ ਸਾਹਿਬ, ਕੀ ਹਾਲ ਚਾਲ? ਬਹੁਤ ਹੀ ਵਧੀਆ, ਚੜ੍ਹਦੀ ਕਲਾ। ਟਾਣਾ ਸਾਹਿਬ, ਧੁੱਪ ਦੀ ਇੰਨੀ ਤਾਰੀਫ। ਧੁੱਪ ਦਿਸੀ ਬੜੇ ਚਿਰਾਂ ਬਾਅਦ ਆ, ਇੰਨੀ ਸੋਹਣੀ ਤੇ ਇੰਨੀ ਨਿੱਘੀ। ਨਹੀਂ, ਹੁਣ ਤਾਂ 3-4 ਦਿਨ ਹੋ ਗਏ ਲਗਾਤਾਰ ਧੁੱਪ ਐਵੇਂ। ਜਦੋਂ ਐਂ ਜਿਹਾ ਆਉਂਦੀ ਨਾ ਵਿੱਚੋਂ ਖਬਰ ਵੀ ਇਹ ਤੋਂ ਧੂਪ मट्ठी पड़ेगी, ये थोड़ी सी कम हो जाएगी, ये तो अब बारिश आने वाली है, बदली छा जाएगी, फिर ऐ लगता भी है हुण तू भी चले जाएगी। बिल्कुल सही गल है, पर नहीं, फिलहाल तो किते भी कुछ नजर नहीं आ रहा। लगता है कि सूरज अगे भी इदा ही चमकदा रहेगा। सो खैर, मौसम की हाल बयानी हो गई, चाय दे विचार दी सांझ पाई। नहीं, ये पहला तुसी सांझ पाउणी ਅੱਜ ਪਹਿਲ ਤੁਹਾਨੂੰ नहीं तुसी ਨਹੀਂ, ਐਉਂ ਨਹੀਂ ਹੁੰਦਾਗਾ। ਹਰ ਗੱਲ ਆਪ ਜੀ ਦੀ ਨਹੀਂ ਮੰਨੀ ਜਾਊਗੀ। ਆਪ ਜੀ ਅੱਜ ਸਾਂਝ ਪਾਓ ਪਹਿਲਾਂ। ठीक है, ਜਿਹੜਾ ਮੈਂ ਚਾਹ ਦਾ ਵਿਚਾਰ ਲੈ ਕੇ ਆਈ ਹਾਂ, ਇਹ ਤੁਹਾਨੂੰ ਬੜਾ ਚੰਗਾ ਲੱਗੂਗਾ। ਸਾਡੇ ਪਰਿਵਾਰਕ ਜੀਆਂ ਨੂੰ ਵੀ ਬਹੁਤ ਜ਼ਿਆਦਾ ਪਸੰਦ ਆਊਗਾ। ਕਹਿੰਦੇ ਕਲਯੁਗ ਦਾ ਜ਼ਮਾਨਾ ਹੈ ਸਾਹਿਬ। ਬਿਲਕੁਲ। ਇਸ ਜ਼ਮਾਨੇ 'ਚ ਕਈ ਵਾਰ ਦਿਖਾਵੇ ਦੀ ਮਿਹਨਤ ਕਰਨ ਵਾਲਾ ਜ਼ਿਆਦਾ ਪਸੰਦ ਆਉਂਦਾ ਹੈ ਅਸਲ ਮਿਹਨਤ ਕਰਨ ਵਾਲੇ ਨਾਲੋਂ। ਹਾਂ, ਇਹ ਤਾਂ ਗੱਲ ਸੱਚੀ ਆ। ਪਰ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਵੀ ਅਖੀਰ ਦੇ ਉੱਤੇ ਮੁੱਲ ਉਸੇ ਬੰਦੇ ਦਾ ਪੈਂਦਾ ਜਿਹੜਾ ਸੱਚੀ ਮੁੱਚੀ ਢਿੱਡੋਂ ਮਿਹਨਤ ਕਰਦਾ। ਅਖੀਰ ਤੇ ਪੈਂਦਾ ਨਾ। ਵਕਤੀ ਤੌਰ ਦੇ ਉੱਤੇ ਕਈ ਲੋਕ ਨਾ ਕੁਝ ਕਰਨ ਦੇ ਬਾਵਜੂਦ ਜਾਂ ਘੱਟ ਕਰਨ ਦੇ ਬਾਵਜੂਦ ਮਾਲਕਾਂ ਦੀਆਂ ਨਜ਼ਰਾਂ ਦੇ ਵਿੱਚ ਚੰਗੇ ਹੋ ਸਕਦੇ ਆ, ਪਰ ਅਖੀਰ ਦੇ ਉੱਤੇ ਮਾਲਕ ਵੀ ਐਂ ਨਹੀਂ ਹੁੰਦੇਗੇ। ਅਖੀਰ ਦੇ ਉੱਤੇ ਬੜਾ ਕੁਝ ਸੋਚਦੇ ਆ। ਟਾਣਾ ਸਾਹਿਬ, ਕਈ ਵਾਰ ਅਖੀਰ ਆਉਣ ਦੇ ਵਿੱਚ ਵੀ ਬਹੁਤ ਸਮਾਂ ਲੱਗ ਜਾਂਦਾ ਹੈ। ਨਹੀਂ, ਪਰ ਜਦੋਂ ਵੀ ਆਵੇ ਜੀ, ਪਰ ਆਪਦਾ ਕੰਮ ਤਾਂ ਨੇਕ ਨੀਤੀ ਨਾਲ ਕਰਦੇ ਰਹਿਣਾ ਚਾਹੀਦਾ ਨਾ। ਕਿਸੇ ਦੀ ਨਜ਼ਰ ਦੇ ਵਿੱਚ ਚੰਗੇ ਬਣਨ ਦੇ ਨਾਲੋਂ ਜ਼ਰੂਰਤ ਇਸ ਗੱਲ ਦੀ ਆ ਕਿ ਆਪਦੇ ਆਪ ਨੂੰ ਉਤਰਦਾਈ ਰਹੋ ਕਿ ਕੀ ਮੈਂ ਸਹੀ ਕਰ ਰਿਹਾ, ਕੀ ਮੈਂ ਪੂਰੀ ਮਿਹਨਤ ਕਰ ਰਿਹਾ, ਕੀ ਮੇਰੇ ਵਿੱਚ ਕੋਈ ਕਮੀ ਤਾਂ ਨਹੀਂ, ਤੇ ਜੇਕਰ ਕਮੀ ਹੈ ਤਾਂ ਉਹਦੇ ਵਿੱਚ ਸੁਧਾਰੋ। ਆ ਚਾਮਾ ਕਿਹੜਾ ਨਾਲ ਜਾਣਾ, ਵੱਧ ਤੋਂ ਵੱਧ ਇਹਦੀ ਵਰਤੋਂ ਕਰੋ, ਕੰਮ ਕਰੋ ਵੱਧ ਤੋਂ ਵੱਧ, ਭੱਜ ਨੱਠ ਕਰੋ ਵੱਧ ਤੋਂ ਵੱਧ, ਫਿਰ ਕੀ ਹੁੰਦਾ? ਬਹੁਤ ਚੰਗੀ ਗੱਲ ਆ ਜਿਹੜੇ ਲੋਕ ਮਿਹਨਤ ਕਰਦੇ ਆ। ਹੁਣ ਮੇਰਾ ਚੱਜ ਦਾ ਵਿਚਾਰ ਆ, ਕਹਿੰਦੇ ਵੀ ਇੱਕ ਵਾਰੀ ਨਾ ਗਿਰਗਟ ਨੇ ਖੁਦਕੁਸ਼ੀ ਪੱਤਰ ਲਿਖ ਕੇ ਤੇ ਖੁਦਕੁਸ਼ੀ ਕਰ ਲਈ। ਕਿਉਂ? ਗਿਰਗਟ ਨੇ ਖੁਦਕੁਸ਼ੀ ਪੱਤਰ ਲਿਖ ਕੇ ਖੁਦਕੁਸ਼ੀ ਕਰ ਲਈ ਤੇ ਉਸ ਖੁਦਕੁਸ਼ੀ ਨੋਟ ਦੇ ਵਿੱਚ ਲਿਖਿਆ ਪਤਾ ਕੀ ਸੀ? ਕਿ ਅੱਜ ਕੱਲ੍ਹ ਮੈਂ ਇਨਸਾਨਾਂ ਵਾਂਗੂ ਰੰਗ ਬਦਲਣ ਤੋਂ ਅਸਮਰੱਥ ਹਾਂ। ਵਾਹ! ਜਿੰਨੀ ਕਾਹਲੀ ਤੇ ਜਿੰਨੀ ਤੇਜ਼ੀ ਦੇ ਨਾਲ ਇਨਸਾਨ ਅੱਜ ਕੱਲ੍ਹ ਰੰਗ ਬਦਲਦੇ ਆ, ਮੇਰੇ ਹੱਥ ਖੜੇ ਆ, ਇਸ ਕਰਕੇ ਮੈਂ ਜਿਉਣ ਨਾਲੋਂ ਮਰਨਾ ਹੀ ਠੀਕ ਸਮਝਦਾ। ਗੱਲ ਤਾਂ ਵੈਸੇ ਬਿਲਕੁਲ ਸਹੀ ਹੈ ਟਾਣਾ ਸਾਹਿਬ। ਜਿੰਨੀ ਤੇਜ਼ੀ ਦੇ ਨਾਲ, ਰਫ਼ਤਾਰ ਨਾਲ ਇਨਸਾਨ ਰੰਗ ਵਟਾ ਰਿਹਾ ਹੈ, ਗਿਰਗਿਟ ਤਾਂ ਕਿਤੇ ਪਿੱਛੇ ਰਹਿ ਗਈ। ਬਿਲਕੁਲ ਸਹੀ ਗੱਲ ਆ। ਇਹ ਗਿਰਗਿਟ ਤਾਂ ਐਵੇਂ ਬਦਨਾਮ ਕੀਤਾ, ਆ ਵੋਟਾਂ ਦੇ ਮੌਕੇ ਲੀਡਰ ਆ ਜਿਹੜੇ ਉਹ ਕਿਵੇਂ ਛੜੱਪਾ ਮਾਰ ਕੇ ਇੱਧਰ ਆਉਂਦੇ ਆ ਤੇ ਕਹਿ ਦਿੰਦੇ ਆ ਇੱਧਰ ਸਾਰਾ ਕੁਝ ਠੀਕ ਹੈ, ਮੇਰੀ ਪਹਿਲੀ ਪਾਰਟੀ ਗਲਤ ਸੀ। ਇੱਧਰੋਂ ਛਾਲ ਮਾਰ ਕੇ ਉੱਧਰ ਜਾਂਦੇ ਕਹਿੰਦੇ ਨੇ ਇਹ ਦੋਵੇਂ ਗਲਤ ਸੀ, ਮੇਰੇ ਵਾਲਾ ਇੱਧਰਲਾ ਠੀਕ ਆ। ਲੋਕ ਇਸੇ ਚੱਕਰ 'ਚ ਰਹਿ ਜਾਂਦੇ ਵੀ ਭਾਈ ਸੱਚੀ ਮੁੱਚੀ ਠੀਕ ਕਿਹੜਾ? ਇਹ ਸਾਰੇ ਪਾਸੇ ਤਾਂ ਪੂਰੀ ਵਾਂਗ ਘੁੰਮ ਕੇ ਆ ਗਿਆ। ਯਕੀਨ ਕਿਹਦੇ ਤੇ ਕਰੀਏ? ਇੱਕ ਚੱਜ ਦਾ ਵਿਚਾਰ ਹੋਰ ਆਇਆ, ਉਹ ਇਹ ਆ ਕਿ ਕਦੇ ਵੀ ਆਪਦੇ ਆਪ ਨੂੰ ਢਹਿਣ ਨਾ ਦੇਣਾ, ਕਦੇ ਵੀ ਆਪਣੇ ਆਪ ਨੂੰ ਬਿਖਰਨ ਨਾ ਦੇਣਾ, ਖਿੰਡਣ ਨਾ ਦੇਣਾ, ਕਿਉਂਕਿ ਲੋਕ ਢਾਏ ਹੋਏ ਘਰ ਦੀਆਂ ਇੱਟਾਂ ਵੀ ਚੱਕ ਕੇ ਲੈ ਜਾਂਦੇ ਆ। ਵਾਹ! ਢਹੀ ਹੋਈ ਕੰਧ ਦੀਆਂ ਇੱਟਾਂ ਵੀ ਚੱਕ ਕੇ ਲੈ ਜਾਂਦੇ ਆ। ਇਸ ਕਰਕੇ ਭਾਵੇਂ ਤੁਸੀਂ ਅੰਦਰੋਂ ਟੁੱਟੇ ਹੋਵੋ ਜਾਂ ਕਿਵੇਂ ਵੀ ਆ, ਮਜ਼ਬੂਤੀ ਦੇ ਨਾਲ ਰਹਿਣਾ। ਕਿਸੇ ਦੇ ਕੋਲੇ ਬੜਾ ਦੱਸਣ ਦੀ ਲੋੜ ਨਹੀਂ ਵੀ ਭਾਈ ਮੈਂ ਕਿਵੇਂ ਆ, ਕੋਈ ਫਾਇਦਾ ਨਹੀਂ ਹੁੰਦਾ। ਬਿਲਕੁਲ ਸਹੀ ਹੈ। ਕੀ ਫਾਇਦਾ ਹੁੰਦਾ ਵੀ ਭਾਈ ਮੈਂ ਤਾਂ ਵੀ ਬਹੁਤ ਵਸਣਾ ਅੰਦਰੋਂ ਟੁੱਟਿਆ ਪਿਆ, ਇਹ ਕਾਹਦੀ ਸਮੱਸਿਆ। ਵੱਧ ਤੋਂ ਵੱਧ ਬੰਦਾ ਕੀ ਕਹੂਗਾ? ਕੋਈ ਨਹੀਂ, ਸਭ ਕੁਝ ਠੀਕ ਹੋ ਜੂ, ਤੇ ਪਤਾ ਹੀ ਹੋ ਜੂ। ਨਾਲੇ ਵੈਸੇ ਵੀ ਟਾਣਾ ਸਾਹਿਬ, ਲੋਕ ਮਜਬੂਰੀ ਦਾ ਅੱਜ-ਕੱਲ੍ਹ ਵਧੇਰੇ ਫਾਇਦਾ ਚੁੱਕਣ 'ਚ ਵਿਸ਼ਵਾਸ ਰੱਖਦੇ ਨੇ। ਸਾਰੇ ਇੱਕੋ ਜਿਹੇ ਨਹੀਂ, ਪਰ ਕੁਝ ਕੁ ਲੋਕ ਇਹੋ ਜਿਹੇ ਜ਼ਰੂਰ ਹੁੰਦੇ ਨੇ ਜਿਨ੍ਹਾਂ ਨੂੰ ਜਦੋਂ ਤੁਸੀਂ ਦੱਸਦੇ ਹੋ ਨਾ ਵੀ ਮੈਂ ਇੱਥੇ ਇੱਕ ਥੋੜਾ ਜਿਹਾ ਟੁੱਟਿਆ ਹੋਇਆ, ਮੈਂ ਇੱਥੇ ਇੱਕ ਥੋੜਾ ਜਿਹਾ ਕਮਜ਼ੋਰ ਆ, ਤੇ ਉਹ ਉਸ ਗੱਲ ਨੂੰ ਫੜ ਕੇ ਫਾਇਦਾ ਚੁੱਕਣ ਦੀ ਕੋਸ਼ਿਸ਼ ਵੀ ਕਰਦੇ ਨੇ। ਬਿਲਕੁਲ ਸਹੀ ਗੱਲ ਆ। ਜੱਜ ਦਾ ਵਿਚਾਰ। ਹਰਮਨ ਜੀ, ਸਵੇਰੇ ਸਵੇਰੇ ਅੱਜ ਮੈਨੂੰ ਇੱਕ ਗੀਤ ਚੇਤੇ ਆ ਗਿਆ। ਕਿਹੜਾ? ਨਾਜਰਾ ਲਾ ਸੀਪ ਦੀ ਬਾਜ਼ੀ, ਸੱਥਾਂ ਖਾਲੀ ਹੋ ਚੱਲੀਆਂ। ਤੁਹਾਨੂੰ ਇਹ ਕੀ? ਸੱਥਾਂ ਦੇ ਵਿੱਚ ਬੈਠੇ ਹੋਏ ਬਜ਼ੁਰਗ, ਪੂਰੇ ਪਿੰਡ ਦਾ ਸੀਸੀਟੀਵੀ ਕੈਮਰਾ ਹੁੰਦੇ ਆ। ਵਾਕਈ ਉਹਨਾਂ ਬਜ਼ੁਰਗਾਂ ਨੂੰ ਸਭ ਪਤਾ ਹੁੰਦਾ ਵੀ ਕੌਣ ਕੀ ਕਰਦਾ ਪਿੰਡ ਦੇ ਵਿੱਚ ਤੇ ਕੌਣ ਕੀ ਨਹੀਂ ਕਰਦਾ। ਇਹ ਬਜ਼ੁਰਗ ਸਾਡਾ ਮਾਣ ਆ, ਇਹ ਬਜ਼ੁਰਗ ਸਾਡਾ ਸਰਮਾਇਆ ਵੀ ਆ। ਟਾਣਾ ਸਾਹਿਬ, ਤੁਸੀਂ ਥੋੜਾ ਜਿਹਾ ਨਾ ਵਿੱਚ ਵਕਫਾ ਦੇਣਾ ਘੱਟ ਕਰੋ। ਮੈਨੂੰ ਪਤਾ ਨਹੀਂ ਲੱਗਦਾ ਵੀ ਮੈਂ ਕਿੱਥੇ ਬੋਲਣਾ। ਹੁਣ ਬੋਲੋ।
ਮੈਂ ਇਹ ਕਹਿਣ ਲੱਗੀ ਸੀ ਇਹ ਕੱਲਾ ਸੀਸੀਟੀਵੀ ਕੈਮਰਾ ਨਹੀਂ ਜੀਪੀਐਸ ਸਿਸਟਮ ਵੀ ਨੇ ਹਾਂ ਵੀ ਇਹਨਾਂ ਰਾਹ ਨੂੰ ਜਿਹੜਾ ਮਰਜ਼ੀ ਪੁੱਛ ਲਓ ਜੀ ਜਿਹੜੀ ਮਰਜ਼ੀ ਗਲੀ ਦਾ ਜਿਹੜੇ ਮਰਜ਼ੀ ਬੰਦੇ ਦਾ ਜਿਹੜੀ ਮਰਜ਼ੀ ਰਾਹ ਦਾ ਪਈ ਦਾ ਪੁੱਛ ਲਓ ਇਹਨਾਂ ਨੂੰ ਪਤਾ ਹੋਊਗਾ ਵੀ ਫਲਾਣਾ ਰਾਹ ਫਲਾਣੀ ਥਾਂ ਜਾਂਦਾ ਉਮਰ ਦਾ ਤਜਰਬਾ ਜੀ ਸੱਥਾਂ ਦੇ ਵਿੱਚ ਬੈਠੇ ਬਜ਼ੁਰਗ ਅੱਜ ਕੱਲ ਘਟ ਰਹੇ ਆ ਹੂੰ ਬਜ਼ੁਰਗ ਜਿਵੇਂ ਤਾਸ਼ ਦੀਆਂ ਬਾਜ਼ੀਆਂ ਲਾਉਂਦੇ ਸੀ ਜਿਵੇਂ ਤਾਸ਼ ਕੁੱਟਦੇ ਹੁੰਦੇ ਸੀ ਪਹਿਲਾਂ ਅੱਜ ਉਹਨਾਂ ਦੀ ਗਿਣਤੀ ਘਟ ਗਈ ਆ ਸੱਥਾਂ ਦੇ ਵਿੱਚ ਹੁੰਦੇ ਸੀ ਬੋਰਡ ਵੱਡੇ ਵੱਡੇ ਤੇ ਪਿੱਪਲ ਵੱਡੇ ਵੱਡੇ ਹੁਣ ਉਹ ਗੱਲਾਂ ਘਟ ਰਹੀਆਂ ਹਾਲਾਂਕਿ ਹੈਗੀਆਂ ਪਿੰਡਾਂ ਦੇ ਵਿੱਚ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਪਰ ਅੱਗੇ ਦੇ ਮੁਕਾਬਲਤਨ ਕਾਫੀ ਕੁਝ ਘਟੀ ਜਾਂਦਾ ਜੀ ਪਰ ਮੈਨੂੰ ਚੇਤਾ ਕਿਉਂ ਆਇਆ ਪੁੱਛੋ ਤਾਂ ਸਹੀ ਕਿਉਂ ਚਰਨਜੀਤ ਸਿੰਘ ਚੰਨੀ ਗਏ ਭਦੌੜ ਵਿਧਾਨ ਸਭਾ ਹਲਕੇ 'ਚ ਅੱਛਾ ਜੀ ਆਪ ਖੜੇ ਉੱਥੋਂ ਜਾਣਾ ਹਾਂਜੀ ਹਾਂ ਲਓ ਜੀ ਉੱਥੇ ਕਹਿੰਦੇ ਵੀ ਇੱਕ ਪਿੰਡ ਦੇ ਵਿੱਚ ਗਏ ਤੇ ਤਾਸ਼ ਦੀ ਬਾਜ਼ੀ ਲਾਈ ਆ ਕਹਿੰਦੇ ਕਿਆ ਗੱਲ ਕਰਦੇ ਹੋ ਯਾਰ ਮੈਂ ਤਾਂ ਦਿਓਰ ਭਾਬੀ ਵੀ ਖੇਡਦਾ ਰਿਹਾ ਉਹ ਤਾਸ਼ ਵੀ ਖੇਡ ਲੈਂਦੇ ਨੇ ਹਾਂਜੀ ਉਹ ਤਾਸ਼ ਵੀ ਖੇਡ ਲੈਂਦੇ ਆ ਮੈਂ ਤਸਵੀਰਾਂ ਵੇਖੀਆਂ ਕਹਿੰਦੇ ਨੌਜਵਾਨ ਮੁੰਡੇ ਜਿਹੜੇ ਆ ਕ੍ਰਿਕਟ ਖੇਡ ਰਹੇ ਸੀ ਹੈਨਾ ਆਹ ਬੱਲੇ ਦੇ ਨਾਲ ਖੇਡ ਰਹੇ ਸੀ ਤਾਂ ਉੱਥੇ ਜਾ ਕੇ ਉਹਨਾਂ ਨੇ ਬੱਲਾ ਫੜ ਲਿਆ ਬਿਲਕੁਲ ਜੀ ਬਜ਼ੁਰਗਾਂ ਦੇ ਨਾਲ ਤਾਸ਼ ਖੇਡ ਕੇ ਪਤਾ ਕੀ ਕਹਿੰਦੇ ਜੀ ਕਹਿੰਦੇ ਵੀ ਬਸ ਵੋਟਾਂ ਦਾ ਖਿਆਲ ਰੱਖਿਓ ਡਟ ਕੇ ਵੋਟਾਂ ਪਾ ਦਿਓ ਲਾਓ ਬਾਜ਼ੀ ਪੂਰੇ ਪੱਤੇ ਸੁੱਟੇ ਹੋਣੇ ਐ ਕੀ ਬਾਤ ਹੈ ਐ ਕਰਕੇ ਨਾ ਪੂਰਾ ਐ ਵੀ ਬਾਕੀ ਗੱਲਾਂ ਦੀਆਂ ਗੱਲਾਂ ਜਿੰਨੀਆਂ ਕਲਾਵਾਂ ਵੈਸੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਵਿੱਚ ਹੈ 16 ਕਲਾ ਸੰਪੰਨ ਆ ਉਹ ਹੈਨਾ 16 ਕਿੱਥੇ ਰਹਿ ਗਈਆਂ ਟਾਣਾ ਸਾਹਿਬ ਇਹ ਤਾਂ ਮੈਨੂੰ ਲੱਗਦਾ 32 ਕਲਾ ਸੰਪੰਨ ਹੋਣਗੇ ਤੇ ਪਤਾ ਲੱਗਾ ਵੀ ਉਹਨਾਂ ਨੇ ਚੌਕੇ ਛੱਕੇ ਲਾਏ ਕਿਤੇ ਜੀ 5-7 ਗੇਂਦਾਂ ਉਹਨਾਂ ਦੇ ਵੱਲ ਆਈਆਂ ਓਏ ਹੋਏ ਬਾਅਦ ਵਿੱਚ ਲਾ ਕੇ ਗੋਡਾ ਉਹਨਾਂ ਨੇ ਚੜਾਤੀ ਗੇਂਦ ਕਹਿੰਦੇ ਓਹ ਹਾਂ ਅੱਜ ਕੱਲ ਆਪਣੇ ਜਿਹੜੇ ਲੀਡਰ ਨੇ ਇਹ ਖੇਡਾਂ ਪ੍ਰਤੀ ਜ਼ਿਆਦਾ ਪ੍ਰੇਮ ਨਹੀਂ ਦਿਖਾ ਰਹੇ ਕੋਈ ਫੁੱਟਬਾਲ ਖੇਡੀ ਜਾਂਦਾ ਕੋਈ ਆ ਗੇਂਦ ਦੇ ਨਾਲ ਖੇਡੀ ਜਾਂਦਾ ਕੋਈ ਤਾਸ਼ ਖੇਡੀ ਜਾਂਦਾ ਮਤਲਬ ਕਮਾਲ ਹੀ ਹੋਈ ਪਈ ਬਸ ਹੋਈ ਪਈ ਹੈ ਕਮਾਲ ਤੇ ਰਾਤ ਨੂੰ ਚੰਨੀ ਸਾਹਿਬ ਆ ਜਿਹੜੇ ਉਹ ਢਾਬੇ ਤੇ ਚਲੇ ਗਏ ਅੱਛਾ ਜੀ ਡਰਾਈਵਰਾਂ ਦੇ ਨਾਲ ਬੈਠ ਕੇ ਰੋਟੀ ਖਾਧੀ ਆ ਕਹਿੰਦੇ ਕਿਆ ਗੱਲ ਕਰਦੇ ਹੋ ਯਾਰ ਮੈਂ ਵੀ ਟਰਾਲਾ ਚਲਾਉਂਦਾ ਰਿਹਾ ਅੱਛਾ ਮੈਨੂੰ ਲੱਗਿਆ ਢਾਬੇ ਤੇ ਜਾ ਕੇ ਭਿੰਡੀਆਂ ਭੁੰਡੀਆਂ ਬਣਾਈਆਂ ਨੇ ਕਹਿੰਦੇ ਬਣਾ ਲੈਂਦੇ ਆ ਅੱਛਾ ਆਹ ਛੋਲਿਆਂ ਨੂੰ ਪਿੱਛੇ ਜੇ ਤੜਕਾ ਛੋਲਿਆਂ ਲਾਇਆ ਨੂੰ ਤੜਕਾ ਲਾਇਆ ਉਹਨਾਂ ਨੇ ਜੀ। ਬੜੀ ਚੰਗੀ ਗੱਲ ਆ ਕੰਮ ਆਉਂਦਾ ਹੋਣਾ ਚਾਹੀਦਾ ਸਿਆਣੇ ਐਵੇਂ ਨਹੀਂ ਕਹਿੰਦੇ ਵੀ ਕੰਮ ਆਉਂਦਾ ਹੋਵੇ ਬੰਦਾ ਕਦੇ ਭੁੱਖਾ ਨਹੀਂ ਸੌਂਦਾ ਇਹ ਵੀ ਗੱਲ ਸਹੀ ਆ ਮੈਨੂੰ ਤਾਂ ਹੋਰ ਡਰ ਪੈ ਗਿਆ ਸੀ ਕਿਤੇ ਐ ਨਾ ਹੋਵੇ ਵੀ ਕੱਲ ਨੂੰ ਜਿੰਨੇ ਸਾਡੇ ਲੀਡਰ ਹੋਏ ਨਾ ਕਹਿਣ ਸਪੋਰਟਸ ਕੋਟੇ 'ਚ ਭਰਤੀ ਸਾਨੂੰ ਕਰੋ ਹਾਂ ਮਤਲਬ ਇਹ ਆ ਵੀ ਅੱਜ ਕੱਲ ਜਿਹੜੇ ਨੇਤਾ ਨੇ ਜੀ ਉਹ ਬਹੁਤ ਸਾਰੇ ਕੰਮ ਕਰ ਰਹੇ ਆ ਮੈਨੂੰ ਤਾਸ਼ ਖੇਡਣਾ ਕੋਈ ਮਾੜੀ ਗੱਲ ਨਹੀਂ ਲੱਗੀ ਜੇਕਰ ਚੰਨੀ ਸਾਹਿਬ ਖੇਡੇ ਆ ਅੱਛਾ ਤਾਂ ਵਧੀਆ ਗੱਲ ਆ ਆਮ ਆਦਮੀ ਦੇ ਵਿੱਚ ਜਾ ਕੇ ਆਮ ਆਦਮੀ ਵਰਗਾ ਹੋਣਾ ਜਾਂ ਦਰਸਾਉਣਾ ਇਹ ਅੱਜ ਕੱਲ ਤਰੀਕਾ ਜੀ ਅੱਜ ਕੱਲ ਗੈਰ ਰਾਜਨੀਤਿਕ ਗੱਲਾਂ ਕਰਨਾ ਹੀ ਸਭ ਤੋਂ ਵੱਡੀ ਰਾਜਨੀਤਿਕ ਗੱਲਾਂ ਵਾਲੀ ਗੱਲ ਆ ਬਿਲਕੁਲ ਸਹੀ ਹੈ ਤੁਹਾਨੂੰ ਇਹ ਦਿਖਾਉਣਾ ਪੈਂਦਾ ਹੈ ਕਿ ਮੈਂ ਤੁਹਾਡੇ ਵਰਗਾ ਹਾਂ ਤੁਹਾਡੇ ਵਿੱਚੋਂ ਹਾਂ ਮੈਂ ਕੋਈ ਉਹ ਪੁਰਾਣੇ ਤਰ੍ਹਾਂ ਦਾ ਲੀਡਰ ਨਹੀਂ ਹੈ ਵੀ ਚਿੱਟਾ ਕੁੜਤਾ ਪਜਾਮਾ ਤੇ ਇਹਨੂੰ ਵੱਟ ਨਾ ਪੈ ਜਾਏ ਮਿੱਠੀ ਨਾ ਲੱਗ ਜਾਏ ਨਹੀਂ ਹੁਣ ਇਹਨਾਂ ਨੂੰ ਦਿਖਾਉਣਾ ਪੈਂਦਾ ਹੈ ਕਿ ਦੇਖੋ ਤੁਹਾਡੇ ਵਰਗੇ ਕੱਪੜੇ ਮੈਂ ਪਾਏ ਆ ਤੁਹਾਡੇ ਵਰਗੀ ਰੋਟੀ ਮੈਂ ਖਾਣਾ ਤੁਹਾਡੇ ਵਰਗੀਆਂ ਖੇਡਾਂ ਮੈਂ ਖੇਡਦਾ ਤੁਹਾਡੇ ਵਰਗਾ ਹੀ ਮੈਂ ਆ ਤੁਹਾਡੇ ਵਿੱਚੋਂ ਮੈਂ ਸਰੋਂ ਫੁੱਲੀ ਕੋਟੀ ਪਾਈ ਸੀ ਉਹਨਾਂ ਨੇ ਆਏ ਹਾਏ ਹਾਏ ਸਰੋਂ ਫੁੱਲੀ ਖੱਟੇ ਨਾਲ ਰੰਗ ਦੀ ਮੈਚਿੰਗ ਪੱਗ ਵੀ ਬੰਨੀ ਸੀ ਬਿਲਕੁਲ। ਜੱਚ ਰਹੇ ਸੀ ਜੱਚ ਰਹੇ ਸੀਗੇ ਜੀ ਉਹ ਕਹਿੰਦੇ ਵੀ ਕਿਆ ਗੱਲ ਕਰਦੇ ਹੋ ਮੈਂ ਇਦਾਂ ਹੀ ਕਰਦਾ ਹੁੰਨਾ ਆਏ ਹਾਏ ਹਾਏ ਕੀ ਬਾਤ ਕਹਿੰਦੇ ਹੈ ਵੀ ਸਰਕਾਰ ਇਤਕੀ ਸਾਡੀ ਫੇਰ ਬਣੂਗੀ ਅੱਛਾ ਜਦੋਂ ਬਣ ਗਈ ਫਿਰ ਦੇਖੋ ਪਟਾਕੇ ਪੈਂਦੇ ਵਿਕਾਸ ਦੇ ਜਿਹੜੇ ਪਿਛਲੀ ਵਾਰ ਪਏ ਉਦਾਂ ਦੇ ਉਹ ਕਹਿੰਦੇ ਨਹੀਂ ਸੀ ਉਦੋਂ ਮੈਂ ਜਿਹੜਾ ਮੁੱਖ ਮੰਤਰੀ ਸੀ ਉਹਨੂੰ ਪੁੱਛੋ ਜਾ ਕੇ ਪਰ ਫਿਲਹਾਲ ਕਾਂਗਰਸ 'ਚ ਹੀ ਪਟਾਕੇ ਪੈ ਰਹੇ ਨੇ ਉਹ ਤਾਂ ਪੈ ਰਹੇ ਆ ਇਹ ਤਾਂ ਪੈਂਦੇ ਹੀ ਰਹਿਣੇ ਆ ਜੀ। ਸਾਰੀਆਂ ਸਿਆਸੀ ਪਾਰਟੀਆਂ 'ਚ ਘੱਟ ਜਾਂ ਵੱਧ ਪੈਂਦੇ ਆ ਹਾਂਜੀ ਪਰ ਉਹ ਕਹਿੰਦੇ ਵੀ ਦੇਖੋ ਵਿਕਾਸ ਕਰਨਾ ਹੈ ਮੌਕਾ ਇੱਕ ਹੋਰ ਦਿਓ ਇਹ ਮੌਕਾ ਮਿਲ ਗਿਆ ਵਾਰੇ ਨਿਆਰੇ ਹੋ ਜਾਣਗੇ ਇਹ ਹੁਣ ਪੰਜਾਬ ਦੇ ਲੋਕਾਂ ਨੇ ਦੇਖਣਾ ਪਰ ਬਿਲਕੁਲ। ਇਹ ਬੇਨਤੀ ਜ਼ਰੂਰ ਹੈ ਜਿਹਨੂੰ ਮਰਜ਼ੀ ਵੋਟ ਪਾਇਓ ਜਿਹਨੂੰ ਮਰਜ਼ੀ ਮੁੱਖ ਮੰਤਰੀ ਬਣਾ ਰਹੇ ਨੇ ਪੰਜਾਬ ਦੇ ਲੋਕ ਉਹ ਸਿਰਫ ਇਹਨਾਂ ਦਿਨਾਂ ਦੇ ਵਿੱਚ ਹੀ ਆਮ ਜਿਹਾ ਬੰਦਾ ਨਾ ਬਣ ਕੇ ਰਹਿਣ ਹਾਂ 5 ਸਾਲ ਲਗਾਤਾਰ ਜਿੱਤਣ ਤੋਂ ਬਾਅਦ ਚੁਣੇ ਜਾਣ ਤੋਂ ਬਾਅਦ ਮੁੱਖ ਮੰਤਰੀ ਬਣਨ ਤੋਂ ਬਾਅਦ ਇਉਂ ਹੀ ਲੋਕਾਂ 'ਚ ਜਾਣ ਬਿਲਕੁਲ ਇਹ ਨਾ ਹੋਵੇ ਬਾਅਦ ਦੇ ਵਿੱਚ ਕਿਹੜੇ ਬਜ਼ੁਰਗ ਤੇ ਕਿਹੜੀ ਤਾਸ਼ ਕਿਹੜੀ ਕ੍ਰਿਕਟ ਤੇ ਕਿਹੜਾ ਬੱਲਾ ਤੇ ਕਿਹੜੀ ਗੇਂਦ ਕਿਹੜੇ ਢਾਬੇ ਤੇ ਕਿਹੜੇ ਡਰਾਈਵਰ ਤੇ ਕਿਹੜੇ ਕੰਡਕਟਰ ਐਦਾਂ ਦੀ ਗੱਲ ਨਾ ਹੋਵੇ ਸੱਚੀ ਮੁੱਚੀ ਢਿੱਡੋਂ ਨਾਲ ਹੀ ਜੁੜੇ ਰਹੋ ਮੁੜ ਕੇ ਲੋਕਾਂ ਨੂੰ ਗੇਂਦਾਂ ਦੀ ਤਰ੍ਹਾਂ ਘੁਮਾਉਂਦੇ ਨਾ ਰਿਓ ਵੀ ਕਦੀ ਇੱਧਰ ਨੂੰ ਤੇ ਕਦੀ ਉੱਧਰ ਨੂੰ ਹਾਂ। ਲੋਕਾਂ ਨੂੰ ਵੀ ਉਹਨਾਂ ਦੀ ਸਾਰ ਲਿਓ ਫੇਰ ਵੀ ਉਹਨਾਂ ਦੇ ਵਿੱਚ ਆਉਂਦੇ ਜਾਂਦੇ ਰਿਓ ਜਿਹਦੀ ਵੀ ਸਰਕਾਰ ਬਣ ਬਿਲਕੁਲ ਸਹੀ ਗੱਲ ਆ ਚੱਜ ਦਾ ਵਿਚਾਰ ਹਰਮਨ ਜੀ ਨਸ਼ਿਆਂ ਦੇ ਬਾਰੇ ਨਾ ਇੱਕ ਰਿਪੋਰਟ ਆਈ ਆ ਜੀ ਵੈਸੇ ਤਾਂ ਭਾਰਤ ਉਹ ਦੇਸ਼ ਹੈ ਵੀ ਜਿੱਥੇ ਕਿ ਨਸ਼ਿਆਂ ਦੀ ਖਿਲਾਫਤ ਦੀ ਗੱਲ ਕਰਕੇ ਮੈਨੀਫੈਸਟੋ ਦੇ ਵਿੱਚ ਇਹ ਗੱਲ ਲਿਖੀ ਜਾਂਦੀ ਹੈ ਕਿ ਇੱਕ ਮੌਕਾ ਤੇ ਉਹ ਨਸ਼ੇ ਖਤਮ ਕਰ ਦਿਆਂਗੇ ਪਰ ਚੋਣਾਂ ਜਿੱਤਣ ਦੇ ਲਈ ਹੀ ਨਸ਼ੇ ਦੀ ਵਰਤੋਂ ਕੀਤੀ ਜਾਂਦੀ ਹੈ ਸੱਚ ਨਸ਼ੇ ਵੰਡੇ ਜਾਂਦੇ ਆ ਸਾਰੀਆਂ ਸਿਆਸੀ ਪਾਰਟੀਆਂ ਦੀ ਗੱਲ ਨਹੀਂ ਕਰਦਾ ਕਈ ਸਿਆਸੀ ਪਾਰਟੀਆਂ ਇਹ ਕੁਝ ਕਰਦੀਆਂ ਸਨ ਤੇ ਹਨ ਤੇ ਪਤਾ ਨਹੀਂ ਕਿੰਨਾ ਚਿਰ ਕਰਦੀਆਂ ਰਹਿਣੀਆਂ ਤੁਸੀਂ ਦੇਖੋ दारू ਵੰਡ ਕੇ ਵੋਟਾਂ ਲੈਣੀਆਂ ਤੇ ਸੂਬੇ ਦੇ ਵਿੱਚੋਂ ਨਸ਼ਾ ਖਤਮ ਕਰ ਦੇਣਾ ਇਹਦੀ ਗੱਲ ਕਰਨੀ ਨਾ ਵੰਡਣ ਵਾਲਾ ਕੁਝ ਸਮਝਦਾ ਨਾ ਲੈਣ ਵਾਲਾ ਕੁਝ ਸਮਝਦਾ ਸਾਰੇ ਇੱਕੋ ਜਿਹੇ ਹੋਏ ਪਏ ਆ ਜੀ ਮੁਫਤ ਦੀ दारू ਪਿੱਛੇ ਤਾਂ ਬੰਦੇ ਬੌਂਦਲ ਜਾਂਦੇ ਬੌਂਦਲ ਮੈਨੂੰ ਨਾ ਇੱਕ ਗੱਲ ਚੇਤੇ ਆ ਗਈ ਜਿਹੜੇ ਲੋਕ दारू ਦੇ ਪੱਟੇ ਜਾਂ ਨਸ਼ਿਆਂ ਦੇ ਪੱਟੇ ਹੁੰਦੇ ਆ ਨਾ ਉਹ ਕੁਝ ਨਹੀਂ ਸੋਚਦੇ ਜੀ ਉਹ ਕੁਝ ਨਹੀਂ ਸਮਝਦੇ ਵੀ ਭਾਈ ਸਾਡਾ ਭਵਿੱਖ ਕੀ ਆ ਸਾਡਾ ਕੀ ਬਣੂਗਾ ਕੀ ਨਹੀਂ ਕਹਿੰਦੇ ਵੀ ਇੱਕ ਵਾਰੀ ਇੱਕ ਮੁੰਡਾ ਸਾਧ ਕੋਲੇ ਗਿਆ
ਉਹਦੇ ਕੋਲੋਂ ਆਪਦਾ ਭਵਿੱਖ ਪੁੱਛਣ ਗਿਆ ਸੀ। ਜੀ ਸਾਧ ਉਹਨੂੰ ਕਹਿੰਦਾ ਵੀ ਦਾਰੂ ਪੀਣਾ? ਕਹਿੰਦਾ ਜੀ। ਕਹਿੰਦਾ ਨਰਕਾਂ 'ਚ ਜਾਏਗਾ, ਨਰਕਾਂ ਦੇ ਵਿੱਚ ਮਰ ਕੇ ਔਖਾ ਹੋਏਗਾ। ਅੱਛਾ ਜੀ। ਕਹਿੰਦਾ ਅੱਛਾ ਜੀ। ਤੇ ਜਿਹੜਾ ਫਿਰ ਠੇਕੇ ਵਾਲਾ ਜਿਹੜਾ ਦਾਰੂ ਵੇਚਦਾ ਉਹ ਕਿੱਥੇ ਜਾਊ? ਕਹਿੰਦਾ ਉਹ ਵੀ ਨਰਕਾਂ 'ਚ। ਕਹਿੰਦਾ ਜਿਹੜਾ ਫਿਰ ਭੁਜੀਏ ਵਾਲਾ ਮੂਹਰੇ ਰੇਹੜੀ ਲਾਉਂਦਾ ਉਹ ਕਿੱਥੇ ਜਾਊ? ਕਹਿੰਦਾ ਉਹ ਵੀ ਨਰਕਾਂ 'ਚ। ਕਹਿੰਦਾ ਜਿਹੜੇ ਸਾਹਮਣੇ ਵਾਲੀ ਦੁਕਾਨ ਵਾਲਾ ਹੁੰਦਾ, ਕੁੱਕੜ ਵਾਲਾ, ਮੱਛੀ ਵਾਲਾ, ਬੱਕਰੇ ਵਾਲਾ, ਉਹ ਕਿੱਥੇ ਜਾਊ? ਕਹਿੰਦਾ ਉਹ ਵੀ ਨਰਕਾਂ 'ਚ। ਤੇ ਕਹਿੰਦਾ ਫਿਰ ਨਰਕਾਂ 'ਚ ਠੀਕ ਹੈ, ਸਾਰੇ ਬੰਦੇ ਉੱਥੇ ਇਕੱਠੇ ਹੋ ਜਾਣਗੇ, ਇੱਥੇ ਵੀ ਇਕੱਠੇ ਆ, ਉੱਥੇ ਵੀ ਇਕੱਠੇ ਆ। ਬਿਲਕੁਲ ਸਹੀ। ਮਤਲਬ ਇਹ ਆ ਵੀ ਦਾਰੂ ਪੀਣ ਵਾਲੇ ਬੰਦੇ ਨੂੰ ਇੱਕ ਬਹਾਨਾ ਚਾਹੀਦਾ। ਜੀ ਬਿਲਕੁਲ ਬਹਾਨਾ ਚਾਹੀਦਾ ਹੈ। ਪਰ ਇਹ ਜਿਹੜੇ ਅੰਕੜੇ ਸਾਹਮਣੇ ਆਏ ਨੇ ਇਹਨਾਂ ਨੇ ਸਾਰਿਆਂ ਨੂੰ ਹੈਰਾਨ ਜ਼ਰੂਰ ਕਰਤਾ ਟਾਣਾ ਸਾਹਿਬ। ਇਹਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਜੇਕਰ ਆਪਾਂ ਗੱਲ ਕਰੀਏ ਕੁੱਲ ਆਬਾਦੀ ਦੀ, ਪੰਜਾਬ ਦੀ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ 10% ਇਹੋ ਜਿਹੇ ਲੋਕ ਨੇ ਜਿਹੜੇ ਸਿਰਫ ਜਿਨ੍ਹਾਂ ਦੀ 14 ਸਾਲ ਦੀ ਉਮਰ ਹੈ ਤੇ ਉਹ ਨਸ਼ੇ ਦੇ ਆਦੀ ਹੋਏ 14 ਸਾਲ ਦੀ ਉਮਰ ਦੇ ਵਿੱਚ ਪੰਜਾਬ ਦੀ ਕੁੱਲ ਆਬਾਦੀ ਦਾ 10% ਹਿੱਸਾ ਜੀ ਨਸ਼ੇ ਦੇ ਵਿੱਚ ਲੱਗ ਜਾਂਦਾ। ਤੇ ਪੰਜਾਬ ਦੇ ਵਿੱਚ ਹਰ 6ਵਾਂ ਵਿਅਕਤੀ ਹੈ ਜਿਹੜਾ ਜੀ ਉਹ ਨਸ਼ੇ ਦਾ ਪੱਟਿਆ ਪਿਆ, ਨਸ਼ੇ ਦੀ ਲੱਤ ਦਾ ਸ਼ਿਕਾਰ ਹੋ ਗਿਆ। ਬਿਲਕੁਲ ਸਹੀ। 65% 15 ਤੋਂ 20 ਸਾਲ ਦੀ ਉਮਰ ਦੇ ਵਿੱਚ ਹੀ ਨਸ਼ਾ ਕਰਨ ਲੱਗ ਗਏ। ਉਸ ਤੋਂ ਬਾਅਦ ਚ 72% ਇਹੋ ਜਿਹੇ ਨੇ ਜਿਹੜੇ 15 ਤੋਂ 35 ਸਾਲ ਦੀ ਉਮਰ ਦੇ ਨੇ ਜਿਹੜੇ ਨਸ਼ੇ ਦੇ ਆਦੀ ਹੋ ਗਏ ਨੇ। ਔਰ ਤੁਸੀਂ ਵੇਖੋ 22 ਲੱਖ ਲੋਕ ਸ਼ਰਾਬ ਦੇ ਉੱਪਰ ਲੱਗੇ ਹੋਏ ਨੇ ਤੇ ਤਕਰੀਬਨ 2,70,000 ਲੋਕ ਇਹੋ ਜਿਹੇ ਨੇ ਜਿਹੜੇ ਅਫੀਮ, ਪੋਸਟ ਜਾਂ ਹੈਰੋਇਨ ਜਾਂ ਤੰਬਾਕੂ ਇਹੋ ਜਿਹਾ ਨਸ਼ਾ ਕਰਦੇ ਨੇ। 54% ਨਸ਼ਾ ਜਿਹੜਾ ਉਹ ਪਿੰਡਾਂ ਦੇ ਵਿੱਚ ਹੈ ਔਰ 46% ਨਸ਼ਾ ਸ਼ਹਿਰਾਂ ਦੇ ਵਿੱਚ। ਤੇ ਹਾਲੇ ਇਹਦੇ ਵਿੱਚ ਚਿੱਟੇ ਵਾਲਿਆਂ ਦੀ ਗਿਣਤੀ ਸ਼ਾਮਿਲ ਨਹੀਂ ਹੈ। ਜੀ ਚਿੱਟੇ ਨੇ ਕਿੰਨੇ ਘਰਾਂ ਦੇ ਵਿੱਚ ਬਿਲਕੁਲ ਹੁੰਝਾ ਫੇਰਤਾ, ਬਿਲਕੁਲ ਸਹੀ। ਕਿੰਨੇ ਘਰਾਂ ਦੇ ਵਿੱਚ 70 ਵਿਛਾਤੇ ਆ। ਇਹਦੇ ਵਿੱਚ ਜ਼ਿਕਰ ਨਹੀਂਗਾ ਕਿਉਂਕਿ ਉਹ ਨਸ਼ਾ ਬਹੁਤ ਖਤਰਨਾਕ ਆ, ਇਹ ਬੜਾ ਵੱਡਾ। ਸੋ ਮੈਂ ਤਾਂ ਅੱਜ ਰਿਪੋਰਟ ਪੜ੍ਹ ਕੇ ਹਟਿਆ ਵੀ ਪੰਜਾਬ ਦੇ ਵਿੱਚ ਘੱਟੋ ਘੱਟ 100 ਕਰੋੜ ਰੁਪਏ ਦਾ ਨਸ਼ਾ ਹਰ ਮਹੀਨੇ ਖਪਤ ਹੋ ਜਾਂਦਾ, ਭਾਵੇਂ ਤੰਬਾਕੂ ਦੇ ਰੂਪ 'ਚ ਆ, ਭਾਵੇਂ ਦਾਰੂ ਦੇ ਰੂਪ 'ਚ ਆ, ਭਾਵੇਂ ਚਿੱਟੇ ਦੇ ਰੂਪ 'ਚ ਆ, ਭਾਵੇਂ ਬੀੜੀ ਦੇ ਰੂਪ 'ਚ ਆ, ਭਾਵੇਂ ਸਿਗਰਟ ਦੇ ਰੂਪ ਦੇ ਵਿੱਚ ਆ, ਭਾਵੇਂ ਕੋਈ ਹੈਰੋਇਨ ਦੇ ਰੂਪ 'ਚ ਆ। ਇਸ ਤਰੀਕੇ ਦੀ ਗੱਲ ਆ। ਸੋ ਪੰਜਾਬ ਦਾ ਬਣੂਗਾ ਕੀ, ਪਹਿਲਾਂ ਇਹ ਸੋਚਣ ਤੇ ਵਿਚਾਰਨ ਵਾਲੀ ਗੱਲ ਆ। ਤੁਸੀਂ ਇਹ ਦੇਖੋ ਜੀ ਵੀ ਜਿਹੜੇ ਸੂਬੇ ਦੇ ਵਿੱਚ ਕੁੜੀਆਂ ਦੇ ਵੀ ਨਸ਼ਾ ਛਡਾਊ ਕੇਂਦਰ ਖੋਲ੍ਹਣੇ ਪਏ ਹੋਣ, ਉਸ ਸੂਬੇ ਦਾ ਕੀ ਬਣੂਗਾ? ਜਿਹੜੇ ਸੂਬੇ ਦੇ ਵਿੱਚ ਕੋਈ ਵੀ ਵਿਆਹ ਦਾਰੂ ਤੋਂ ਬਿਨਾ ਸੰਪੂਰਨ ਨਾ ਹੁੰਦਾ ਹੋਵੇ, ਜਨਮ ਦਿਨ ਦੀ ਕੋਈ ਵੀ ਪਾਰਟੀ ਦਾਰੂ ਤੋਂ ਬਿਨਾ ਸੰਪੂਰਨ ਨਾ ਹੁੰਦੀ ਹੋਵੇ, ਘਰਾਂ ਦੇ ਵਿੱਚ ਲੋਕ ਪਾਠ ਕਿਉਂ ਰਖਾਉਂਦੇ ਆ? ਕਿਉਂਕਿ ਅਸੀਂ ਆਪਦੇ ਘਰ ਨੂੰ ਸੁੱਚਾ ਕਰਨਾ, ਅਸੀਂ ਸੱਚੇ ਪਾਤਸ਼ਾਹ ਦਾ ਨਾਮ ਲੈਣਾ, ਪ੍ਰਮਾਤਮਾ ਦਾ ਨਾਮ ਲੈਣਾ। ਪਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਰਾਜ ਦੀ ਸਵਾਰੀ ਚਲੀ ਜਾਂਦੀ ਆ, ਉਦੋਂ ਕਿੰਨੇ ਕੁ ਲੋਕ ਆ ਜਿਹੜੇ ਕਿ ਇਹੋ ਜਿਹਾ ਕੁਝ ਨਹੀਂ ਕਰਦੇ। ਸੋ ਅਸੀਂ ਗੁਰੂ ਦੇ ਵੀ ਗੱਦਾਰ ਆ। ਬਿਲਕੁਲ ਸਹੀ। ਅਸੀਂ ਆਪਦੇ ਕਿਰਦਾਰ ਨੂੰ ਵੀ ਵਿਗਾੜਿਆ, ਅਸੀਂ ਆਪਦੇ ਸੱਭਿਆਚਾਰ ਨੂੰ ਵੀ ਵਿਗਾੜਿਆ। ਤੇ ਅੱਗੋਂ ਲੋਕ ਕਹਿ ਦਿੰਦੇ ਆ ਸਾਡੇ ਸੱਭਿਆਚਾਰ 'ਚ ਦਾਰੂ ਆ। ਸਾਡੇ ਸੱਭਿਆਚਾਰ ਦੇ ਵਿੱਚ ਪਿਆਰ ਮੁਹੱਬਤ ਵੀ ਆ, ਆਪਣਤ ਵੀ ਆ, ਦੂਜੇ ਦੇ ਕੰਮ ਆਉਣ ਦੀ ਕਲਾ ਵੀ ਆ। ਉਹ ਕਿੱਧਰ ਗਈਆਂ ਗੱਲਾਂ? ਨਹੀਂ, ਨਾਲੇ ਸਾਡੇ ਸੱਭਿਆਚਾਰ ਦੇ ਵਿੱਚ ਤਾਂ ਦੁੱਧ, ਲੱਸੀ, ਮੱਖਣਾ ਦੀ ਗੱਲ ਵੀ ਹੁੰਦੀ ਆ। ਉਹ ਕਿਉਂ ਨਹੀਂ ਫਿਰ ਅਸੀਂ ਪਾਲ ਲੈਂਦੇ? ਉਹਨਾਂ ਦੀ ਗੱਲ ਕਿਉਂ ਨਹੀਂ ਕਰਦੇ? ਉਹਦੇ ਬਾਰੇ ਚ ਕਿਉਂ ਨਹੀਂ ਸੋਚਦੇ? ਇਕੱਲੀ ਮਾੜੀ ਵਾਲੇ ਪਾਸੇ ਨੂੰ ਅਸੀਂ ਕਿਉਂ ਜਾਂਦੇ ਆ? ਗੱਲ ਇਹ ਹੈ ਟਾਣਾ ਸਾਹਿਬ ਕਿ ਇਹ ਇਕੱਲਾ ਸਰਕਾਰਾਂ ਦਾ ਮੁੱਦਾ ਨਹੀਂ, ਇਹ ਇਕੱਲਾ ਲੋਕਾਂ ਦਾ ਮੁੱਦਾ ਨਹੀਂ। ਦੋਵਾਂ ਨੂੰ ਰਲ ਕੇ ਕੰਮ ਕਰਨਾ ਪਊਗਾ। ਜੇ ਅਸੀਂ ਇਕੱਲਾ ਸਰਕਾਰਾਂ ਨੂੰ ਦੋਸ਼ੀ ਕਰਦੇ ਰਹੀਏ ਇਸ ਮਾਮਲੇ ਦੇ ਵਿੱਚ, ਉਹ ਵੀ ਗਲਤ ਆ। ਤੇ ਜੇ ਇਕੱਲੇ ਲੋਕਾਂ ਨੂੰ ਦੋਸ਼ੀ ਕਹਿੰਦੇ ਰਹੀਏ ਤਾਂ ਉਹ ਵੀ ਗਲਤ ਆ। ਦੋਵਾਂ ਨੂੰ ਬਰਾਬਰ ਚੱਲਣਾ ਪਊਗਾ। ਸਾਨੂੰ ਆਪ ਇਹ ਕੋਡ ਵੱਢਣਾ ਪਊਗਾ, ਨਹੀਂ ਤਾਂ ਇਹ ਗਿਣਤੀ ਵੱਧਦੀ ਰਹੂਗੀ ਦਿਨੋਂ ਦਿਨ। ਦਾਰੂ ਦੀ ਬੋਤਲ ਦੇ ਉੱਤੇ ਲਿਖਿਆ ਹੁੰਦਾ ਕਿ ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੈ। ਅਸੀਂ ਕਦੇ ਉਸ ਬਰੀਕ ਜੀ ਸਤਰ ਦੇ ਵੱਲ ਵੇਖਿਆ ਨਹੀਂ। ਜਿਹੜੀ ਸਿਗਰਟ ਦੀ ਡੱਬੀ ਹੁੰਦੀ ਆ, ਉਹਦੇ 70 ਕੇ 75% ਹਿੱਸੇ ਦੇ ਉੱਤੇ ਗਲੇ ਸੜੇ ਫੇਫੜਿਆਂ ਦੀ ਫੋਟੋ ਛਾਪਣੀ ਪੈਂਦੀ ਨਿਯਮਾਂ ਦੇ ਮੁਤਾਬਕ। ਉਹ ਸੜੇ ਹੋਏ ਫੇਫੜੇ ਦੀ ਫੋਟੋ ਵੇਖ ਕੇ ਆਪਦਾ ਫੇਫੜਾ ਸਾੜੀ ਜਾਂਦੇ ਆ। ਤੇ ਫਿਰ ਆਪਾਂ ਕਹਿੰਦੇ ਵੀ ਸਰਕਾਰ ਮਾੜੀ। ਸਰਕਾਰ ਤਾਂ ਹੈ ਹੀ ਇਹੋ ਜੀ। ਹੁਣ ਤਾਂ ਟੈਕਸ ਆਉਂਦੇ ਆ, ਆਪਾਂ ਨੂੰ ਕੀ ਆਉਂਦਾ ਸਿਵਾਏ ਬਿਮਾਰੀਆਂ ਤੋਂ? ਆਪਣਾ ਕੀ ਜਾਂਦਾ? ਪੈਸਾ, ਇੱਜ਼ਤ, ਸਨਮਾਨ, ਸਾਰਾ ਕੁਝ। ਪਰ ਲੋਕ ਸੋਚਦੇ ਨਹੀਂਗੇ। ਬਿਲਕੁਲ ਸਹੀ ਗੱਲ। ਚੱਜ ਦਾ ਵਿਚਾਰ। ਹਰਮਨ ਜੀ, ਜਿਹੜੇ ਪੰਜਾਬ ਦੇ ਰਾਜਨੀਤਿਕ ਲੋਕ ਆ ਨਾ, ਇਸ ਵੇਲੇ ਤਾਂ ਬਸ ਤੰਤਰਿਕਾਂ ਦੇ ਪੱਲੇ, ਅਖੌਤੀ ਬਾਬਿਆਂ ਦੇ ਪੱਲੇ, ਜਾਂ ਇਹੋ ਜਿਹੇ ਟੋਟਕੇ ਵਰਤ ਰਹੇ ਆ, ਜਾਂ ਇਹੋ ਜਿਹੇ ਕੁਝ ਪੜ੍ਹ ਰਹੇ ਆ, ਪਤਾ ਨਹੀਂ ਕੀ ਕੀ ਜੁਗਾੜ ਲਾਉਂਦੇ ਆ ਵੀ ਪੁੱਛੋ ਕੁਛ ਨਾ। ਆਪਾਂ ਕੀਤੀ ਸੀ ਨਵਜੋਤ ਸਿੰਘ ਸਿੱਧੂ ਦੀ ਕੱਲ ਗੱਲ। ਉਹਨਾਂ ਦਾ ਬੜਾ ਤਰੀਕਾ ਮਸ਼ਹੂਰ ਹੋਈ ਜਾਂਦਾ। ਉਹ ਐਂ ਜੇ ਹੋਏ ਸੀ, ਐਂ ਜੇ, ਫਿਰ ਉਹਨਾਂ ਨੇ ਐਂ ਜੇ ਕੀਤਾ, ਫਿਰ ਉਹ ਐਂ ਜੇ ਕਰਦੇ ਆ, ਫਿਰ ਐਂ ਜੇ ਕਰਦੇ ਆ, ਫਿਰ ਐਂ ਜੇ ਕਰਦੇ ਆ। ਇਹ ਪਤਾ ਨਹੀਂ ਇਹ ਕਿਹੜਾ ਸੀ ਮੰਤਰ। ਵੈਸੇ ਸਹੀ ਦੱਸਾਂ, ਤੁਹਾਡੇ ਤੋਂ ਨਹੀਂ ਉਵੇਂ ਦਾ ਕਰ ਹੋਣਾ ਜਿਵੇਂ ਦਾ ਨਵਜੋਤ ਸਿੰਘ ਸਿੱਧੂ ਕਰ ਗਏ। ਮੈਂ ਤਾਂ ਚਾਹੁੰਦਾ ਵੀ ਕੋਈ ਵੀ ਨਾ ਇਦਾਂ ਦੇ ਟੋਟਕੇ ਜਮਾਵੇ ਜੀ। ਮੈਂ ਤਾਂ ਚਾਹੁੰਦਾ ਵੀ ਭਾਈ ਆਪਾਂ ਇਦਾਂ ਕਰਨਾ ਹੀ ਕਿਉਂ ਆ, ਤੇ ਮੈਨੂੰ ਕਦੇ ਵੀ ਨਾ ਆਵੇ। ਪਰ ਉਹ ਵੀਡੀਓ ਬਹੁਤ ਅੱਗੇ ਤੋਂ ਅੱਗੇ ਫੈਲੀ ਜਾਣਾ ਸਾਰਾ, ਮੀਮਸ ਬਣ ਕੇ ਮੀਮਸ। ਜੀ ਬਿਲਕੁਲ। ਤੇ ਕੱਲੇ ਨਵਜੋਤ ਸਿੰਘ ਸਿੱਧੂ ਨਹੀਂ, ਕਈਆਂ ਦੀਆਂ ਵੀਡੀਓਜ਼ ਉਦਾਂ ਦੀਆਂ ਆ ਗਈਆਂ। ਉਧਰੋਂ ਬਿਕਰਮ ਸਿੰਘ ਮਜੀਠੀਆ ਇੱਕ ਥਾਂ ਤੇ ਪ੍ਰਚਾਰ ਕਰਨ ਗਏ ਆ ਜੀ। ਇੱਕ ਉਹਨਾਂ ਦੇ ਨਾਲ ਸੱਜਣ ਹੋਰ ਖੜਾ, ਉਹ ਪਤਾ ਨਹੀਂ ਤਾਂ ਨੂੰ ਹੱਥ ਜਾ ਹਿਲਾ ਕੇ ਕੁਛ ਐਂ ਜੇ ਕਰ ਰਿਹਾ। ਉਹ ਕਹਿੰਦਾ ਮੈਂ ਐਂ ਜੇ ਤਾਂ ਦਿੰਦਾ ਹੁੰਨਾ। ਹੁਸ਼ਿਆਰਪੁਰ ਦੇ ਵਿੱਚ ਭਾਜਪਾ ਦੇ ਜਿਹੜੇ ਲੋਕ ਆ, ਉਹਨਾਂ ਨੇ ਪਤਾ ਲੱਗਾ ਗੁਜਰਾਤ ਦੇ ਵਿੱਚੋਂ 25-26 ਜਾਦੂਗਰ ਸੱਦੇ ਆ। ਉਹ ਟੋਪੀ ਦੇ ਵਿੱਚ ਨੋਟ ਰੱਖਦੇ, ਝੰਡਾ ਬਾਹਰ ਕੱਢਦੇ ਆ,
ਅੱਛਾ ਹਾਂਜੀ, ਅੱਜ ਫੋਟੋਆਂ ਲੱਗੀਆਂ। ਆ ਬੜੇ ਟੋਟਕੇ ਚੱਲਦੇ ਪਏ ਨੇ, ਪੁੱਛੋ ਹੀ ਕੁਛ ਨਾ। ਮਤਲਬ ਜਦੋਂ ਵੀਡੀਓ ਸਾਹਮਣੇ ਆਉਂਦੀਆਂ ਨਾ ਸੋਸ਼ਲ ਮੀਡੀਆ ਤੇ, ਫਿਰ ਬੰਦਾ ਸੋਚਦਾ ਅੱਛਾ ਆ ਵੀ ਹੋਈ ਜਾਂਦਾ, ਆ ਵੀ ਹੋਈ ਜਾਂਦਾ, ਪਤਾ ਹੀ ਨਹੀਂ ਕੀ ਚੱਲੀ ਜਾਂਦਾ ਹੈ। ਲੋਕਾਂ ਨੂੰ ਬਸ ਆਪਣੇ ਵੱਲ ਖਿੱਚਣ ਦੀਆਂ ਤਿਆਰੀਆਂ ਨੇ ਵੀ ਕਿਸੇ ਤਰੀਕੇ ਲੋਕ ਮੰਨ ਜਾਣ, ਵੋਟਾਂ ਪਾ ਦੇਣ। ਬਿਲਕੁਲ। ਤੇ ਐਤਕੀ ਦੇਖੋ ਕੰਮਾਂ ਦੇ ਨਾਲ ਨਿਬੇੜੇ ਹੋਣੇ ਆ, ਉੱਥੇ ਅਮਲਾਂ ਦੇ ਹੋਣੇ ਨੇ ਨਿਬੇੜੇ, ਕਿਸੇ ਨੇ ਤੇਰੀ ਜਾਤ ਪੁੱਛਣੀ। ਵੈਸੇ ਤਾਂ ਪੰਜਾਬ ਉਹ ਸੂਬਾ ਜਿੱਥੇ ਜਾਤ ਪਾਤ ਤੋਂ ਉੱਤੇ ਉੱਠ ਕੇ ਵੋਟ ਪਾਉਣੀ ਚਾਹੀਦੀ। ਮੈਨੂੰ ਗੱਲ ਚੇਤੇ ਆ ਗਈ, ਨਿੱਕੇ ਨਿੱਕੇ ਬੱਚਿਆਂ ਨੇ ਨਾ ਵੱਡਾ ਸਾਰਾ ਪੋਸਟਰ ਫੜਿਆ ਹੋਇਆ, ਨਿੱਕੇ ਨਿੱਕੇ ਬੱਚੇ ਵੱਡਾ ਸਾਰਾ ਪੋਸਟਰ, ਉਹਦੇ ਉੱਤੇ ਮੋٹے ਮੋٹے ਅੱਖਰਾਂ 'ਚ ਲਿਖਿਆ ਹੋਇਆ ਕਿ ਬੰਦੇ ਦੇ ਕਿਰਦਾਰ ਨੂੰ ਵੇਖ ਕੇ ਵੋਟ ਪਾਓ, ਜਾਤ ਨੂੰ ਵੇਖ ਕੇ ਨਹੀਂ। ਵਾਹ, ਤੁਸੀਂ ਨੇਤਾ ਚੁਣਨਾ, ਉਹਦਾ ਜੀਜਾ ਨਹੀਂ। ਸਹੀ ਹੈ। ਜੀਜਾ ਜੀ ਨਹੀਂ ਚੁਣਨੇ ਆਪਾਂ ਵੀ ਜਾਤ ਕਿਹੜੀ ਆ ਕਿਹੜੀ ਜਾਤ ਦੇ ਵਿੱਚੋਂ ਆ, ਕਿਹੜੀ ਜਾਤ ਦੇ ਵਿੱਚੋਂ ਆ। ਕਿਰਦਾਰ ਵੇਖੋ। ਹਾਂ, ਇਦਾਂ ਦੀਆਂ ਗੱਲਾਂ ਨਾ ਕਰੋ। ਸੱਚਾ ਸੁੱਚਾ ਇਨਸਾਨ ਵੇਖੋ। ਆਪਾਂ ਹਮੇਸ਼ਾ ਤੋਂ ਇਹੀ ਰੌਲਾ ਪਾ ਰਹੇ ਹਾਂ ਟਾਣਾ ਸਾਹਿਬ ਕਿ ਵੋਟ ਪਾਉਣ ਤੋਂ ਪਹਿਲਾਂ ਪਾਰਟੀਬਾਜ਼ੀ ਤੋਂ ਉੱਪਰ ਉੱਠੋ। ਇਹ ਵੇਖੋ ਕਿਹੜਾ, ਕਿਉਂਕਿ ਹਰ ਪਾਰਟੀ 'ਚ ਹਰ ਬੰਦਾ ਚੰਗਾ ਨਹੀਂ ਤੇ ਹਰ ਪਾਰਟੀ 'ਚ ਹਰ ਬੰਦਾ ਮਾੜਾ ਵੀ ਨਹੀਂ। ਤੁਸੀਂ ਬੰਦਾ ਵੇਖ ਕੇ ਵੋਟ ਪਾਓ, ਕਿਹੜਾ ਬੰਦਾ ਤੁਹਾਡੇ ਵਾਕਈ ਮੁੱਦਿਆਂ ਨੂੰ ਚੁੱਕੇਗਾ, ਕਿਹੜਾ ਬੰਦਾ ਵਾਕਈ ਤੁਹਾਡੇ ਮੁੱਦਿਆਂ ਦਾ ਹੱਲ ਕਰੂਗਾ, ਕਿਹੜਾ ਬੰਦਾ ਵਾਕਈ ਤੁਹਾਡੇ ਲਈ ਸੁਨਹਿਰਾ ਭਵਿੱਖ ਬਣਾ ਸਕੂਗਾ, ਉਹਨੂੰ ਵੋਟ ਪਾਓ। ਬਿਲਕੁਲ ਸਹੀ। ਪਾਰਟੀਬਾਜ਼ੀ ਤੋਂ ਉੱਪਰ ਉੱਠਣਾ ਪਊਗਾ। ਜੇ ਉੱਠ ਕੇ ਸਵੇਰੇ ਇਹ ਗੱਲ ਕਵਾਂਗੇ ਵੀ ਪੰਜਾਬ ਦਾ ਕੋਈ ਨਹੀਂ ਬਣਿਆ, ਦੁਪਹਿਰ ਤੱਕ ਕਰਾਂਗੇ ਕੱਖ ਨਹੀਂ ਬਣਨਾ ਇਹਦਾ, ਹੱਥ ਨੂੰ ਕਰਾਂਗੇ ਬਣ ਸਕਦਾ, ਮੈਨੂੰ ਜਾ ਹੁੰਦੇ ਉਧਰਲੇ ਪਾਸੇ, ਤੇ ਫਿਰ ਕਹਾਂਗੇ ਇਹਦਾ ਵੀ ਨਹੀਂ ਕੁਝ ਬਣਨਾ, ਇਹ ਕਿਹੜੇ ਚੰਗੇ ਬ੍ਰਾਂਡ ਵਾਲੀ ਪਿਆਉਂਦਾ। ਹਾਂ, ਉਹੀ ਦੇਸੀ, ਫੇਰ ਜੀ ਉਹੀ ਮੋਟਾ ਸੰਤਰਾ, ਫੇਰ ਤੇ ਫਿਰ ਬਣਨਾ ਤੁਹਾਡਾ ਵੀ ਕੁਝ ਨਹੀਂ ਬਣਿਆ, ਉਹਨਾਂ ਦਾ ਤਾਂ ਪਿਆ ਹੀ ਆ। ਜੇ ਉਹ ਜਿੱਤ ਗਏ, ਉਹਨਾਂ ਨੇ 5 ਰੁਪਏ ਵੀ ਬੋਤਲ ਦੇ ਪਿੱਛੇ ਵਧਾਤੇ ਨਾ, ਹਾਂਜੀ, ਤਾਂ ਉਹ ਤਾਂ 2 ਮਹੀਨਿਆਂ ਦੇ ਵਿੱਚ ਸਾਰੇ ਪੈਸੇ ਪੂਰੇ ਕਰ ਲੈਣਗੇ। ਤੇ ਆਪਾਂ ਕਿੱਥੇ ਜੇ ਖੜੇ ਆ, ਕਦੇ ਇਸ ਗੱਲ ਬਾਰੇ ਸੋਚ ਗਏ? ਸੋ ਪੰਜਾਬ ਦੇ ਸੁਹਿਰਦ ਲੋਕਾਂ ਨੂੰ ਬੇਨਤੀ ਆ, ਹਰ ਰੋਜ਼ ਇੱਥੇ ਬੈਠ ਕੇ ਇਹ ਗੱਲਾਂ ਤਾਂ ਦੁਹਰਾਉਂਦੇ ਅਸੀਂ ਵੀ ਭਾਈ ਐਤਕੀ ਸੋਚੋ, ਵਿਚਾਰੋ, ਸਮਝੋ। ਮੋਟੀ ਜੀ ਗੱਲ ਹੈ ਇੱਕ ਟਾਣਾ ਸਾਹਿਬ ਕਿ ਆਪਣੇ ਲੋਕ ਇਸ ਗੱਲ ਵੱਲ ਖਿਆਲ ਕਰਨ। ਜਿੰਨੇ ਵੀ ਲੋਕ, ਜਿੰਨੇ ਵੀ ਲੀਡਰ, ਇਸ ਵੇਲੇ ਆਪਾਂ ਉਸ ਦਿਨ ਪੜ੍ਹਿਆ ਸੀ ਕਿ 2000 ਤੋਂ ਵੱਧ ਨਾਮਜ਼ਦਗੀਆਂ ਜਿਹੜੀਆਂ ਨੇ ਉਹ ਹੋਈਆਂ ਨੇ। ਜਿੰਨੇ ਵੀ ਲੋਕ 2200 ਤੇ 40 ਤੋਂ ਵੱਧ ਨਾਮਜ਼ਦਗੀਆਂ ਹੋਈਆਂ ਸੀ। ਕਈਆਂ ਨੇ ਕਾਗਜ਼ ਵਾਪਸ ਲੈ ਲਏ, ਕਈਆਂ ਦੇ ਹੋ ਗਏ ਰੱਦ। ਬਿਲਕੁਲ। ਤੇ ਜਿੰਨੇ ਵੀ ਮਸ਼ਹੂਰ ਨੇ, ਜਿਨ੍ਹਾਂ ਨੂੰ ਅਸੀਂ ਕਦੋਂ ਤੋਂ ਸਿਆਸਤ ਦੇ ਵਿੱਚ ਵੇਖ ਰਹੇ ਆ, ਕਿ ਉਹਨਾਂ ਦੇ ਧੀ ਪੁੱਤ ਕਦੀ ਡਾਂਗਾ ਖਾਂਦੇ ਵੇਖੇ ਨੇ? ਕਿ ਉਹਨਾਂ ਦੇ ਧੀ ਪੁੱਤ ਕਦੇ ਵੀ ਜੱਦੋ-ਜਹਿਦ ਨੌਕਰੀਆਂ ਦੇ ਲਈ ਕਰਦੇ ਵੇਖੇ ਨੇ? ਕਿ ਉਹਨਾਂ ਦੇ ਧੀ ਪੁੱਤ ਜਿਹੜੇ ਨੇ ਉਹ ਸਿਹਤ ਸਹੂਲਤਾਂ ਦੀ ਗੱਲ, ਬੇਰੋਜ਼ਗਾਰੀ ਦੀ ਗੱਲ ਕਰਦੇ ਵੇਖੇ ਨੇ? ਨਹੀਂ, ਇਹ ਸਾਡੇ ਬੱਚੇ ਨੇ ਤੇ ਅਸੀਂ ਉਹਨਾਂ ਬੱਚਿਆਂ ਦਾ ਭਵਿੱਖ ਲਿਖਣਾ। ਤੇ ਜੇ ਇਦਾਂ ਹੀ ਦਾਰੂ ਦੇ ਪਿੱਛੇ ਵੇਖ ਕੇ ਲਿਖਾਂਗੇ ਤੇ ਫਿਰ ਉਦਾਂ ਦਾ ਹੀ ਭਵਿੱਖ ਹੋਊਗਾ ਜਿੱਦਾਂ ਦਾ ਹੁਣ ਤੱਕ ਸੀ। ਇੱਕ ਗੱਲ ਜ਼ਰੂਰ ਸੋਚ ਕੇ ਵੇਖਿਓ ਕਿ ਪੰਜਾਬ ਨੇ ਬਹੁਤ ਸਾਰੀਆਂ ਲਹਿਰਾਂ ਨੂੰ ਜਨਮ ਦਿੱਤਾ। ਪੰਜਾਬ ਦੇ ਵਿੱਚੋਂ ਉੱਠੀਆਂ, ਸਿਖਰ ਤੇ ਪਹੁੰਚੀਆਂ, ਪਰ ਬਾਅਦ ਦੇ ਵਿੱਚ ਉਹ ਖਤਮ ਕਿਹਨੇ ਕੀਤੀਆਂ? ਇਹਦੇ ਪਿੱਛੇ ਕੌਣ ਸੀ? ਸਾਨੂੰ ਸਾਡੇ ਵਿੱਚੋਂ ਹੀ ਕਈ ਲੱਭ ਜਾਣੇ ਆ। ਬੰਦੇ ਨੂੰ ਲੱਭਣਾ ਤੇ ਬੰਦੇ ਨੂੰ ਪਰਖਣਾ ਬੜਾ ਔਖਾ। ਬਿਲਕੁਲ। ਅਸੀਂ ਹਮੇਸ਼ਾ ਇਹ ਗੱਲ ਕਹਿ ਦਿੰਦੇ, ਮੰਗਲ ਗ੍ਰਹਿ ਤੇ ਪਾਣੀ ਹੈ ਕਿ ਨਹੀਂ ਹੈ, ਚੰਦ ਦੇ ਉੱਤੇ ਪੈਰ ਧਰਿਆ ਜਾ ਸਕਦਾ ਕਿ ਨਹੀਂ, ਉੱਥੇ ਮਨੁੱਖੀ ਵਸੇਬਾ ਹੋ ਸਕਦਾ ਕਿ ਨਹੀਂ। ਅਸੀਂ ਉੱਥੇ ਤਾਂ ਚੰਦਰਯਾਨ ਭੇਜਦੇ ਆ, ਪਰ ਕਿਸੇ ਦੇ ਮਨ 'ਚ ਕਿਹੜਾ ਚੰਦਰਯਾਨ ਭੇਜ ਗਏ? ਕਦੇ ਨਹੀਂ, ਪਤਾ ਹੀ ਨਹੀਂ ਲੱਗਦਾ। ਜਿਹੜਾ ਨੇਤਾ ਅੱਜ ਐਂ ਜੇ ਕਰਦਾ ਫਿਰਦਾ ਨਾ, ਤਾਂ ਨੂੰ ਟੰਗੇ ਪਹੁੰਚੇ ਚਿੱਕੜ ਦੇ ਵਿੱਚ ਤੁਰੇ ਫਿਰਦੇ ਅੱਜ ਕੱਲ। ਤੇ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਚਿੱਕੜ ਵੀ ਤੁਹਾਡੇ ਕਰਕੇ ਪੈਦਾ ਹੋਇਆ, ਤੁਹਾਡੇ ਪਹੁੰਚੇ ਇੱਥੋਂ ਤੱਕ ਹੀ ਰਹਿਣ। ਚੱਜ ਦਾ ਵਿਚਾਰ। ਪ੍ਰਾਈਮ ਏਸ਼ੀਆ ਟੀਵੀ ਤੇ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਚਾਈ ਦਾ ਵਿਚਾਰ ਵੇਖ ਰਹੇ ਹੋ ਤੁਸੀਂ। ਮੈਂ ਹਰਮਨ ਥਿੰਦ, ਮੇਰੇ ਨਾਲ ਨੇ ਸਵਰਨ ਸਿੰਘ ਟੈਣਾ। ਤੇ ਹੁਣ ਅਗਲੀਆਂ ਖਬਰਾਂ ਵੱਲ ਵਧੀਏ। ਚਲੋ ਵਧੋ। ਟੈਣਾ ਸਾਹਿਬ ਤੁਸੀਂ ਵਧੋ। ਅੱਛਾ, ਹਾਂ। ਖੰਗ ਕਰਕੇ ਜਾਂ ਖਬਰ ਕਰਕੇ? ਖੰਗ ਕਰਕੇ। ਬਿਲਕੁਲ ਸਹੀ ਆ ਜੀ। ਮੈਂ ਨਹੀਂ ਚਾਹੁੰਦੀ ਕਿ ਵਿੱਚ ਹੀ ਖੰਗ ਆ ਜਾਵੇ। ਹਾਂ, ਇਹ ਵੀ ਗੱਲ ਸਹੀ ਆ। ਸਿਆਣੇ ਬੰਦੇ ਦਾ ਫਾਇਦਾ ਹੀ ਇਹ ਹੁੰਦਾ। ਬਾਲਾ ਨਾ ਬੋਲੋ, ਫੇਰ ਆ ਜਾਣੀ ਆ। ਇੰਨੇ ਸਿਆਣੇ ਵੀ ਨਹੀਂ ਆਪਾਂ। ਠੀਕ ਹੈ ਭਾਈ, ਜੇ ਖੰਗ ਆ ਗਈ ਨਾ ਤੇ ਫਿਰ ਵਿਚਾਰੇ ਐਡੀਟਰ ਨੂੰ ਸਮੱਸਿਆ ਆਊਗੀ ਜੀ, ਤੇ ਫਿਰ ਦਰਸ਼ਕ ਕਹਿਣਗੇ ਬਿੱਲੇ ਉਹ ਗੱਲ ਹੋਈ ਆ। ਬਿਲਕੁਲ ਸਹੀ ਹੈ। ਚਲੋ ਕੋਈ ਨਹੀਂ, ਹੁਣ ਖਬਰ ਵੀ ਸੁਣਾ ਦਿਓ। ਖਬਰ ਬਾਈ ਇਹ ਆ ਕਿ ਭਗਵੰਤ ਮਾਨ ਨੇ ਜਾ ਕੇ ਨਾ ਲੋਕ ਸਭਾ ਦੇ ਵਿੱਚ, ਜੀ ਤੁਸੀਂ ਫੇਰ ਹੱਸੇ? ਨਹੀਂ, ਵੈਸੇ ਹੀ। ਹਾਂ, ਖੰਗ ਆ ਜਾਣੀ। ਖਬਰ ਇਹ ਆ ਵੀ ਭਗਵੰਤ ਮਾਨ ਨੇ ਲੋਕ ਸਭਾ ਦੇ ਵਿੱਚ ਜਾ ਕੇ ਹਾਂਜੀ ਤੇ ਬੜੀਆਂ ਵਧੀਆ ਗੱਲਾਂ ਕੀਤੀਆਂ। ਬਿਲਕੁਲ ਕੀਤੀਆਂ। ਤੇ ਕੱਲਾ ਭਗਵੰਤ ਮਾਨ ਹੀ ਕਿਉਂ ਕਰੇ, ਤੇ ਬਾਕੀ ਵੀ ਕਰਨ 12 ਜਣੇ, ਕੁੱਲ 13 ਜਣੇ ਆ। ਕਈ ਵਾਰੀ ਗਿਣਤੀ ਭੁੱਲ ਜਾਂਦੇ ਹੁੰਦੇ ਆ। ਉਹਨਾਂ ਦੇ ਵਿੱਚੋਂ ਇੱਕ ਤਾਂ ਗਿਆ ਤੇ ਬਾਕੀ 12 ਵੀ ਜ਼ਰੂਰ ਪਹੁੰਚਣ ਜੀ, ਇਹ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆਂ। ਤੇ ਮੁੱਦੇ ਵੀ ਚੁੱਕੇ ਹੋਣ, ਮੁੱਦੇ ਵੀ ਚੁੱਕਣ। ਉੱਥੇ ਕੋਈ ਨੀਨੀ ਕਰਦਾ ਜਾ ਕੇ, ਗੁੱਗੂ ਬਣ ਕੇ ਬਹਿ ਜਾਂਦਾ, ਕੋਈ ਕੈਂਡੀ ਕ੍ਰਸ਼ ਖੇਡਦਾ, ਕੋਈ ਕੈਂਡੀ ਕ੍ਰਸ਼ ਖੇਡਦਾ, ਕੋਈ ਉੱਥੇ ਬਾਹਰ ਕੰਟੀਨ ਦੇ ਵਿੱਚ ਜਾ ਕੇ ਕੁੱਕੜ ਦੀ ਲਾਤੀ ਚੂੰਡੀ ਜਾਂਦਾ, ਕੋਈ ਕਹਿੰਦਾ ਵੀ ਆਹਾ ਇੱਥੇ ਦਾਲ ਨੂੰ ਤੜਕਾ ਬਹੁਤ ਸੋਹਣਾ ਲੱਗਦਾ, ਕੋਈ ਕਹਿੰਦਾ ਫੁੱਲਿਆ ਹੋਇਆ ਫੁਲਕਾ ਦਿਓ ਮੈਨੂੰ। ਇਦਾਂ ਦੀਆਂ ਗੱਲਾਂ ਬਾਤਾਂ ਕਰਕੇ ਆਪਾਂ ਮੁੜੇ ਆਉਂਦੇ ਆ। ਪੰਜਾਬ ਦੇ ਮੁੱਦੇ ਮੁੱਕੇ ਨਹੀਂ। ਕੀ ਹੋਇਆ ਜੇ ਪੰਜਾਬ 'ਚ ਚੋਣਾਂ ਆ ਗਈਆਂ?
ਪੰਜਾਬ ਦੇ ਮੁੱਦੇ ਤਾਂ ਨਹੀਂ ਖਤਮ ਹੋਏ। ਨਹੀਂ। ਪੰਜਾਬ ਦੇ ਸਾਰੇ ਮੁੱਦੇ ਓਡੇ ਹੀ ਆ। ਇਹਦੇ ਵਿੱਚ ਰੱਤੀ ਪਰ ਵੀ ਕਟੌਤੀ ਨਹੀਂ ਹੋਈ। ਬਿਲਕੁਲ। ਤੇ ਭਗਵੰਤ ਮਾਨ ਨੇ ਮੁੱਦਾ ਚੁੱਕਿਆ ਤੇ ਆਪ ਜੀ ਵੀ ਜਾਓ, ਕਦੇ ਰੀਸ ਹੀ ਕਰ ਲਿਆ ਕਰੋ। ਹਾਂ, ਸਾਡੇ ਨਾਲ ਰੀਸ ਕਰ, ਇਸ ਗੱਲ ਨੂੰ ਮੰਨ ਲਿਆ ਕਰੋ। ਟਰੱਕ ਦੇ ਪਿੱਛੇ ਲਿਖਿਆ ਪੜ੍ਹ ਲਿਆ ਕਰੋ ਜੀ। ਹੋਰ ਤਾਂ ਸਾਰੇ ਪਾਸੇ ਰੀਸਾਂ ਕਰਦੇ ਨੇ ਵੀ ਜੇ ਕੋਈ ਕਿਸੇ ਬੂਬੜੇ ਕੋ ਗਿਆ ਤਾਂ ਅਗਲਾ ਉਸ ਤੋਂ ਉਤਲਾ ਲੱਭ ਕੇ ਬੂਬੜੇ ਕੋ ਜਾਂਦਾ ਵੀ ਮੈਂ ਉਹਦੇ ਤੋਂ ਵੱਧ ਕਿਤੇ ਸ਼ਕਤੀਸ਼ਾਲੀ ਹੋ ਜਾ, ਹਨਾ। ਹੋਰ ਗੱਲਾਂ 'ਚ ਰੀਸ ਕਰਦੇ ਹੋ, ਫਲਾਣਾ ਐ ਪ੍ਰਚਾਰ ਕਰ ਰਿਹਾ ਮੈਂ ਵੀ ਐਂ ਪ੍ਰਚਾਰ ਕਰਾਂ। ਕਦੀ ਮੁੱਦੇ ਚੁੱਕਣ 'ਚ ਵੀ ਰੀਸ ਕਰਿਆ ਕਰੋ ਵੀ ਫਲਾਣੇ ਨੇ ਆ ਚੱਕਿਆ ਤਾਂ ਮੈਂ ਇਸ ਤੋਂ ਵੱਡਾ ਮੁੱਦਾ ਚੱਕ ਕੇ ਤੇ ਉਹਦੇ ਬਾਰੇ 'ਚ ਗੱਲ ਕਰੂੰਗਾ। ਪਤਾ ਨਹੀਂ ਸਮਝ ਨਹੀਂ ਆਉਂਦੀ, ਜਦੋਂ ਤਾਂ ਆਪਣੇ ਫਾਇਦਿਆਂ ਦੀ ਗੱਲ ਹੁੰਦੀ ਆ ਉਦੋਂ ਨੀਨੀ ਵੀ ਨਹੀਂ ਆਉਂਦੀ। ਉਦੋਂ ਕੈਂਡੀ ਕ੍ਰਸ਼ ਵੀ ਕਹਿੰਦੇ ਕੋਈ ਨਹੀਂ ਪੌਜ਼ ਕਰ ਲਓ, ਪਰ ਆਪਣੇ ਮੁੱਦੇ ਦੀ ਗੱਲ ਆ, ਆਪਣੇ ਅੱਜ ਕੱਲ੍ਹ ਫਾਇਦੇ ਤੱਕ ਦੀ ਹੋਰ ਗੱਲ ਕੰਮ ਚੱਲ ਪਿਆ। ਜੀ। ਜੇ ਕਿਸੇ ਨੇਤਾ ਨੂੰ ਪੁੱਛ ਗਏ ਨਾ ਵੀ ਭਾਈ ਇਹਦੇ ਬਾਰੇ ਕੀ ਕਹੋਗੇ, ਅੱਛਾ ਮੈਨੂੰ ਇਹਦੇ ਬਾਰੇ ਪਤਾ ਨਹੀਂ, ਹਾਂ ਮੈਂ ਉਦੋਂ ਕੰਮ ਤੇ ਗਿਆ ਸੀ, ਮੈਂ ਉਦੋਂ ਸੁੱਤਾ ਪਿਆ ਸੀ, ਹਾਂ ਮੈਨੂੰ ਇਹਦੇ ਬਾਰੇ ਪਤਾ ਨਹੀਂਗਾ। ਸੋ ਇਸ ਲਈ ਮੁੱਦੇ ਚੁੱਕੋ ਭਾਈ। ਤੁਹਾਨੂੰ ਇੱਥੇ ਵੀ ਕੰਪੀਟੀਸ਼ਨ ਕਰਨਾ ਚਾਹੀਦਾ, ਇੱਥੇ ਵੀ ਤੁਹਾਨੂੰ ਤੁਲਨਾ ਕਰਨੀ ਚਾਹੀਦੀ ਵੀ ਜੇ ਉਹਨੇ ਆ ਮੁੱਦਾ ਚੁੱਕਿਆ ਮੈਂ ਇਸ ਤੋਂ ਵੀ ਵੱਡਾ ਮੁੱਦਾ ਚੁੱਕ ਕੇ ਉਹਦੇ ਬਾਰੇ ਗੱਲ ਕਰੂੰਗਾ। ਤੇ ਭਗਵੰਤ ਮਾਨ ਨੇ ਗੰਨਾ ਕਾਸ਼ਤਕਾਰਾਂ ਦਾ ਮੁੱਦਾ ਚੁੱਕਿਆ। ਜੀ। ਇਹ ਗੱਲ ਕਹੀ ਆ ਕਿ ਨਿਯਮਾਂ ਦੇ ਮੁਤਾਬਕ 2 ਹਫ਼ਤੇ ਦੇ ਅੰਦਰ ਅੰਦਰ ਗੰਨੇ ਦੀ ਅਦਾਇਗੀ ਕਿਸਾਨ ਨੂੰ ਹੋਣੀ ਚਾਹੀਦੀ ਆ। ਬਿਲਕੁਲ। ਪਰ ਇੱਥੇ ਪਤਾ ਹੀ ਨਹੀਂ ਕਿੰਨਾ ਸਮਾਂ ਨਿਕਲ ਜਾਂਦਾ। ਇਹਦੇ ਉੱਤੇ ਵਿਆਜ ਮਿਲਣਾ ਚਾਹੀਦਾ, ਜੇਕਰ ਦੇਰੀ ਨਾਲ ਪੈਸੇ ਮਿਲਦੇ ਆ, ਪਰ ਮੂਲ ਨਹੀਂ ਮਿਲਦਾ, ਇੱਥੇ ਵਿਆਜ ਕਾਹਦਾ ਮਿਲਣਾ। ਤੇ ਨਾਲ ਹੀ ਭਗਵੰਤ ਨੇ ਇਹ ਗੱਲ ਕਹੀ ਹੈ ਵੀ ਜਦੋਂ ਪ੍ਰਧਾਨ ਮੰਤਰੀ ਸਾਹਿਬ ਨੇ ਖੇਤੀ ਅੰਦੋਲਨ ਸਮਾਪਤ ਕਰਨ ਦੀ ਗੱਲ ਕਹੀ, ਲਿਖਤੀ ਤੌਰ ਦੇ ਉੱਤੇ ਪ੍ਰਸਤਾਵ ਵੀ ਮਿਲਿਆ ਵੀ ਸਾਰੇ ਕਿਸਾਨਾਂ ਉੱਤੇ ਦਰਜ ਸਾਰੇ ਹੀ ਪਰਚੇ ਰੱਦ ਹੋਣਗੇ, ਪਰ ਹੋਏ ਨਹੀਂ। ਮੁਆਵਜ਼ਾ ਸਭ ਨੂੰ ਮਿਲੂਗਾ ਪਰ ਮਿਲਿਆ ਨਹੀਂ, ਜਿਨ੍ਹਾਂ ਦੇ ਪਰਿਵਾਰਕ ਜੀਆਂ ਦੀ ਮੌਤ ਹੋਈ ਹੈ। ਸੋ ਇਸ ਤਰੀਕੇ ਦੀਆਂ ਗੱਲਾਂ ਉਹਨਾਂ ਨੇ ਚੁੱਕੀਆਂ ਵੀ ਭਾਈ ਫਸਲਾਂ ਨੂੰ, ਖੇਤੀਬਾੜੀ ਨੂੰ ਲਾਹੇਵੰਦੀ ਬਣਾਉਣ ਦੇ ਲਈ ਯਤਨ ਕੀਤੇ ਜਾਣ। ਤੇ ਇਹ ਵੀਡੀਓ ਹੋਈ ਬੜੇ ਵੱਡੇ ਪੱਧਰ ਤੇ ਵਾਇਰਲ। ਹੁਣ ਮੇਰੀ ਬੇਨਤੀ ਹੈ, ਗੁੱਸੇ 'ਚ ਆ ਜਾਓ ਬਾਕੀ 12 ਸੰਸਦ ਮੈਂਬਰ ਵੀ। ਚਲੋ ਉਹਨਾਂ ਦੇ ਵਿੱਚੋਂ ਪ੍ਰਤਾਪ ਸਿੰਘ ਬਾਜਵਾ ਨੇ ਜਿਹੜੇ ਉਹ ਖੁਦ ਕਾਦੀਆਂ ਤੋਂ ਚੋਣ ਲੜਦੇ, ਉਹ ਤਾਂ ਹੈਗੇ ਬਹੁਤ ਰੁਝੇਵੇਂ 'ਚ, ਅੱਛਾ ਜੀ, ਆਪਾਂ ਮੰਨ ਸਕਦੇ ਹਾਂ। ਪਰ ਜਿਹੜੇ ਬਾਕੀ ਰਾਜ ਸਭਾ ਤੇ ਲੋਕ ਸਭਾ ਦੇ ਮੈਂਬਰ ਆ, ਵੱਟ ਕੱਢਦੇ ਉੱਥੇ ਬੋਲਣ ਦੇ ਲਈ, ਦਿਨ ਰਾਤ ਇੱਕ ਕਰ ਦਿਓ, ਐਸਾ ਉੱਥੇ ਮੈਟਰ ਬੋਲ ਕੇ ਆਓ ਪੰਜਾਬ ਦੇ ਪੱਖ ਦਾ ਵੀ ਇਹ ਲੱਗੇ ਵੀ ਭਗਵੰਤ ਮਾਨ ਨੇ ਤਾਂ ਕੱਖ ਵੀ ਨਹੀਂ ਬੋਲਿਆ। ਨਹੀਂ, ਪਰ ਗੱਲ ਇਹ ਹੈ ਭਗਵੰਤ ਮਾਨ ਵੀ ਤਾਂ ਚੋਣ ਪ੍ਰਚਾਰ ਵਿੱਚ ਹੀ ਛੱਡ ਕੇ ਉੱਥੇ ਗਏ ਨੇ। ਭਗਵੰਤ ਮਾਨ ਵੀ ਤਾਂ ਚੋਣ ਲੜ ਰਹੇ ਨੇ। ਇਹ ਤਾਂ ਟਾਣਾ ਸਾਹਿਬ ਇੱਕ ਬਹਾਨਾ ਹੈ ਕਿ ਚੋਣ ਲੜ ਰਹੇ ਆ ਜੀ, ਅਸੀਂ ਵਿਅਸਤ ਬਹੁਤ ਆ। ਇਸ ਵੇਲੇ ਜਿੱਥੇ ਤੁਹਾਡੀ ਲੋੜ ਹੈ ਉੱਥੇ ਤੁਹਾਨੂੰ ਮੌਜੂਦ ਹੋਣਾ ਚਾਹੀਦਾ। ਚੋਣਾਂ ਵੀ ਜ਼ਰੂਰੀ ਨੇ, ਪਰ ਇਹਦੇ ਨਾਲ ਨਾਲ ਜੇਕਰ ਤੁਸੀਂ ਲੋਕਾਂ ਦੇ ਮੁੱਦਿਆਂ ਦੀ ਗੱਲ ਲੋਕ ਸਭਾ ਦੇ ਵਿੱਚ ਜਾ ਕੇ ਕਰੋਗੇ ਤਾਂ ਉਹਦੇ ਨਾਲੋਂ ਚੰਗੀ ਚੀਜ਼ ਹੋਰ ਕੋਈ ਵੀ ਨਹੀਂ ਆ। ਵਿਧਾਨ ਸਭਾ ਚੋਣਾਂ ਨੇ, ਲੋਕ ਸਭਾ ਨਹੀਂ। ਬਿਲਕੁਲ। ਸੁਖਬੀਰ ਸਿੰਘ ਬਾਦਲ ਵੀ ਚੋਣ ਲੜ ਰਹੇ ਆ, ਉਹਨਾਂ ਨੂੰ ਵੀ ਆਪਾਂ ਕਹਿ ਸਕਦੇ ਵੀ ਭਾਈ ਉਹ ਵੀ ਰੁਝੇਵੇਂ ਦੇ ਵਿੱਚ ਆ, ਉਹ ਆਪ ਉਮੀਦਵਾਰ ਆ। ਪਰ ਜਿਹੜੇ ਆਪ ਉਮੀਦਵਾਰ ਨਹੀਂ ਤੇ ਜਿਹੜੇ ਇਕੱਲੇ ਹਲਕਿਆਂ ਦੇ ਵਿੱਚ ਭਲਵਾਨੀ ਗੇੜਾ ਹੀ ਦੇ ਰਹੇ, ਜੋੜ ਤੋੜੀ ਕਰ ਰਹੇ ਆ, ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਆਪ ਜੀ ਪਹੁੰਚੋ, ਵੇਲੇ ਸਿਰ ਪਹੁੰਚੋ, ਪਹਿਲਾਂ ਜਾਓ ਤੇ ਪਹਿਲਾਂ ਛਾਓ। ਬਿਲਕੁਲ। ਇਸ ਫਾਰਮੂਲੇ ਨੂੰ ਜ਼ਿੰਦਗੀ 'ਚ ਲਾਗੂ ਕਰ ਲਓ ਤੇ ਤਾਂ ਜੋ ਅਸੀਂ ਤੁਹਾਡੀ ਵੀ ਗੱਲ ਇੱਥੇ ਕਰ ਸਕੀਏ। ਇੱਥੇ ਕਰਕੇ ਵੀ ਭਾਈ ਇਹਨੇ ਤਾਂ ਕਮਾਲਾਂ ਕਰਤੀਆਂ, ਬਖੀਏ ਉਧੇੜਤੇ ਨੇ, ਵੱਟ ਕੱਢਤੇ ਨੇ। ਇਹ ਹੈ ਪੰਜਾਬ ਦਾ ਕ੍ਰਾਂਤੀਕਾਰੀ ਯੋਧਾ। ਬਿਲਕੁਲ ਸਹੀ ਟਾਣਾ ਸਾਹਿਬ। ਲੱਭੂਗਾ ਕੋਈ? ਦੇਖਦੇ ਆ, ਮਹਾਰਾਜ ਹੀ ਜਾਣਦਾ। ਚੱਜ ਦਾ ਵਿਚਾਰ। ਹਰਮਨ ਜੀ, ਮੈਨੀਫੈਸਟੋ ਕੀ ਹੁੰਦਾ ਭਲਾ? ਚੋਣ ਮਨੋਰਥ ਪੱਤਰ। ਹਾਂ ਜੀ। ਮੈਨੀਫੈਸਟੋ ਅੱਜ ਕੱਲ ਮੈਨੂਫੈਸਟੋ ਬਣ ਗਿਆ ਹੈ। ਜਿਵੇਂ ਹੋਟਲਾਂ 'ਚ ਢਾਬਿਆਂ ਦੇ ਵਿੱਚ ਜਾਂਦੇ ਆ, ਆਪਾਂ ਕਹਿੰਦੇ ਵੀ ਮੈਨੂ ਲਿਆ। ਹਾਂਜੀ। ਵੀ ਇਹਦੇ 'ਚ ਦਾਲ ਆ, ਇਹਦੇ 'ਚ ਚਿਕਨ ਆ, ਇਹਦੇ 'ਚ ਚੌਲ ਆ, ਇਹਦੇ 'ਚ ਪੁਲਾਓ ਆ, ਇਹਦੇ 'ਚ ਦਹੀਂ ਭੱਲਾ, ਇਹਦੇ 'ਚ ਲੱਲਾ ਭੱਬਾ, ਵੀ ਉਹਦੇ ਬਰਾਬਰ ਲਿਖਿਆ ਹੁੰਦਾ ਮੁੱਲ। ਇਹ ਲੱਲਾ ਭੱਬਾ ਕਿਹੜੀ ਡਿਸ਼ ਹੋਈ? ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਦੇ ਬਾਰੇ ਮੈਨੂੰ ਪਤਾ ਨਹੀਂ। ਲੱਲਾ ਭੱਬਾ ਵਟਐਵਰ। ਓ ਮਾਈ ਗॉड। ਯਾ ਟਾਣਾ ਸਾਹਿਬ ਖੰਘ ਆਉਣ ਲੱਗੀ ਸੀ, ਮਸਾ ਰੁਕਿਆ ਤੁਹਾਡੀ ਅੰਗਰੇਜ਼ੀ ਕਰਕੇ। 8:30 ਵਟ ਤੇ ਪੂਰੇ ਬੈਂਡ 8:30 ਪੂਰੇ ਬੈਂਡ। 2-4 ਵੈਸੇ ਬੈਂਡ ਵਾਲੇ ਲੈ ਚੱਲਾਂਗੇ ਆਪਾਂ। ਅੱਛਾ, ਬਸ ਠੀਕ ਆ। ਮਤਲਬ ਕਹਿਣ ਦਾ ਇਹ ਆ ਵੀ ਮੈਨੀਫੈਸਟੋ ਮੈਨੂਫੈਸਟ ਬਣ ਕੇ ਰਹਿ ਗਿਆ। ਇਸ ਮੈਨੂਫੈਸਟ ਦੇ ਵਿੱਚ ਲਿਖਿਆ ਕੀ ਹੁੰਦਾ? ਸਕੂਟਰੀ ਦੇ ਦੇਾਂਗੇ, ਦਾਲ ਦੇ ਦੇਾਂਗੇ, ਲੈਪਟਾਪ ਦੇ ਦੇਾਂਗੇ, ਲੈਪਟਾਪ ਮਿਲੂਗਾ, ਪੈਸੇ ਦੇ ਦੇਾਂਗੇ, ਸਾਈਕਲ ਮਿਲੂਗਾ। ਹਾਂਜੀ। ਆਉਂਦੇ ਸਮੇਂ 'ਚ ਕੀ ਕਰਨਗੇ? ਸਾਨੂੰ ਵੋਟਾਂ ਪਾਓ, ਇੱਕ ਪਿੰਡ ਨੂੰ ਵੱਖਰਾ ਪੈਟਰੋਲ ਪੰਪ ਮਿਲਿਆ ਕਰੂਗਾ। ਹਾਂਜੀ। ਸਾਨੂੰ ਵੋਟਾਂ ਪਾਓ, ਤੁਹਾਨੂੰ ਅਸੀਂ ਬਸ ਦੇਸੀ ਘਿਓ ਦੀ ਟੀਨ ਦੇ ਦਿਆ ਕਰਾਂਗੇ। ਟਾਣਾ ਸਾਹਿਬ ਤੁਸੀਂ ਸੁਣਿਆ ਨਹੀਂ, ਯੂਪੀ ਦੇ ਵਿੱਚ ਵੀ ਕਿਉਂਕਿ ਵਿਧਾਨ ਸਭਾ ਚੋਣਾਂ ਨੇ ਆਪਣੇ ਨਾਲ ਹੀ, ਉੱਥੇ ਕਹਿੰਦੇ 1-1 ਲੀਟਰ ਪੈਟਰੋਲ ਮੁਫਤ ਦੇ ਦੇਾਂਗੇ। ਅੱਛਾ। ਹਾਂ, ਮਹੀਨੇ ਦਾ 1 ਲੀਟਰ ਪੈਟਰੋਲ ਮੁਫਤ। ਅੱਛਾ। ਉੱਥੇ ਵੀ ਗੱਲਾਂ ਬੜੀਆਂ ਨੇ, ਸਾੜੀਆਂ ਦੇ ਦੇਾਂਗੇ, ਕੋਈ ਕਹਿੰਦਾ ਸਕੂਟਰੀ ਦੇ ਦੇਾਂਗੇ, ਕੋਈ ਕਹਿੰਦਾ ਲੈਪਟਾਪ ਦੇ ਦੇਾਂਗੇ, ਕੋਈ ਕਹਿੰਦਾ ਪੈਸੇ ਦੇ ਦੇਾਂਗੇ। ਮਤਲਬ ਚੱਲੀ ਕੀ ਜਾਂਦਾ ਪੂਰੇ ਭਾਰਤ 'ਚ? ਮੈਨੂੰ ਤਾਂ ਸਮਝ ਨਹੀਂ ਆਉਂਦੀ। ਮੈਨੂੰ ਤਾਂ ਇਉਂ ਲੱਗਦਾ ਵੀ ਭਾਰਤ ਦੇ ਵਿੱਚ ਨਾ ਬਸ ਇਹ ਮੁਫਤੀਆ ਚੋੜਾ, ਇਹਦਾ ਨਾਂ ਰੱਖਣਾ ਚਾਹੀਦਾ ਵੀ ਮੁਫਤੀਆ ਦੌਰ ਆ ਗਿਆ। ਹੁਣ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਜਿਹੜਾ 1 ਲੀਟਰ ਮੁਫਤ ਤੇਲ ਤੁਸੀਂ ਦੇਣਾ, ਉਹ ਪੈਸਾ ਕਿੱਥੋਂ ਆਊਗਾ? ਇੱਕ ਹੋਰ ਜਾਣਕਾਰੀ ਮੈਂ ਦੇ ਦਿੰਦਾ ਜੀ। ਆ 10 ਮਾਰਚ ਨੂੰ ਨਤੀਜੇ ਆਉਣੇ ਆ ਤੇ 10 ਮਾਰਚ ਤੋਂ ਪਹਿਲਾਂ ਵੀ 2-4 ਦਿਨ ਆਖਰੀ ਗੇੜ ਦੀਆਂ ਵੋਟਾਂ ਪੈਣੀਆਂ। ਜਦੋਂ ਇਹ ਆਖਰੀ ਗੇੜ ਦੀਆਂ ਵੋਟਾਂ ਵੀ ਪੈ ਹਟੀਆਂ ਸਾਰੇ ਸੂਬਿਆਂ ਦੇ ਵਿੱਚ ਜੀ,
ਤੁਸੀਂ ਨਾਲ ਦੀ ਨਾਲ ਦੇਖੋ 6 ਤੋਂ ਲੈ ਕੇ 8 ਰੁਪਏ ਤੇਲ ਦੀਆਂ ਕੀਮਤਾਂ 'ਚ ਵਾਧਾ ਹੋ ਵਾਧਾ ਜਾਣਾ। ਹੋਣਾ ਹੈ। ਬੜੇ ਔਖੇ ਸੌਖੇ ਹੋ ਕੇ ਤੇਲ ਕੰਪਨੀਆਂ ਵਾਲੇ ਵੇਲਾ ਕੱਢਦੇ ਆ। ਜੀ ਉਹ ਕਹਿੰਦੇ ਵੀ ਅਸੀਂ ਤਾਂ ਤੇਲ ਦੀਆਂ ਕੀਮਤਾਂ 'ਚ ਵਾਧਾ ਕਰਨ ਨੂੰ ਬੈਠੇ ਆ, ਪਰ 5 ਸੂਬਿਆਂ ਵਿਚਲੀਆਂ ਚੋਣਾਂ ਨਿਕਲ ਲੈਣ ਦਿਓ। ਅੱਜ ਹੀ ਮੈਂ ਇੱਕ ਵੱਡਾ ਬਿਆਨ ਪੜ੍ਹਿਆ, ਉਹ ਕਹਿੰਦੇ ਆਇਆ ਲੋ ਸਾਹਮਣੇ, ਜੀ ਇਹ ਜਿੰਨ ਨਿਕਲ ਕੇ ਆਇਆ ਲੋ ਬਾਹਰ। ਹਾਂ ਤੇ ਹੁਣ ਇੱਥੋਂ ਇੱਕ ਗੱਲ ਦਾ ਨਵੀਂ ਦਾ ਪਤਾ ਲੱਗਦਾ, ਸਰਕਾਰ ਕਹਿੰਦੀ ਤੇਲ ਦੀਆਂ ਕੀਮਤਾਂ ਸਾਡੇ ਕਾਬੂ 'ਚ ਨਹੀਂ। ਬਿਲਕੁਲ ਇਹ ਤੇਲ ਕੰਪਨੀਆਂ ਦੀ ਆਪਣੀ ਮਰਜ਼ੀ ਹੈ, ਹਾਂ। ਤੇ ਜੇਕਰ ਤੇਲ ਕੰਪਨੀਆਂ ਦੀ ਆਪਣੀ ਮਰਜ਼ੀ ਤਾਂ ਅੱਜ ਹੀ ਤੇਲ ਦੀਆਂ ਕੀਮਤਾਂ 'ਚ ਵਾਧਾ ਕਰਨਗਾ। ਬਿਲਕੁਲ ਸਹੀ ਫਿਰ ਹੈ। ਇਹ ਜਦੋਂ ਵੋਟਾਂ ਪੈ ਗਈਆਂ ਉਦੋਂ ਕਿਉਂ ਵਾਧਾ ਕਰਦੇ ਆ? ਹਾਂ। ਮਤਲਬ ਇਹ ਆ ਵੀ ਯਾਰੀ ਬੜੀ ਪੱਕੀ ਆ। ਹਾਂਜੀ ਉਹ ਜਾਣਦੇ ਵੀ ਆਪਦੇ ਯਾਰ ਜਿਤਾਉਣੇ ਆ, ਉਹ ਜਾਣਦੇ ਵੀ ਆਪਦੇ ਯਾਰ ਬਚਾਉਣੇ ਆ। ਸੋ ਕਹਿੰਦੇ ਵੀ ਕੋਈ ਗੱਲ ਨਹੀਂ, ਤਾਂ ਬੁੱਧੂ ਆ, ਵੋਟਾਂ ਪਾ ਲੈਣ ਤੋਂ ਬਾਅਦ ਦੀ ਗੱਲ ਬਾਅਦ ਚ ਨਾਲੇ ਵੇਖਾਂਗੇ। 1-1 ਲੀਟਰ ਜੇਕਰ ਤੁਸੀਂ ਪੈਟਰੋਲ ਮੁਫਤ ਦੋਗੇ, 1 ਲੀਟਰ ਦੀ ਕੀਮਤ ਪੈਟਰੋਲ ਦੀ ਇਸ ਵੇਲੇ 92-95 ਰੁਪਏ ਹੈ। ਜੇਕਰ ਮੈਂ ਪੰਜਾਬ ਦੀ ਵੀ ਗੱਲ ਕਰਾਂ ਜਾਂ ਹੋਰਨਾਂ ਸੂਬਿਆਂ ਦੇ ਵਿੱਚ ਵੀ ਪੈਟਰੋਲ ਕੋਈ ਸਸਤਾ ਨਹੀਂ ਹੈਗਾ। ਜੇਕਰ ਉਹਦੀ ਮੈਂ ਗੱਲ ਕਰਾਂ ਤਾਂ ਤੁਸੀਂ ਇੱਕ ਬੰਦੇ ਨੂੰ ਜੇ ਇੰਨੇ ਪੈਸੇ ਛੱਡ ਰਹੇ ਹੋ 1 ਲੀਟਰ ਦੇ, ਤਾਂ ਉਹਦੇ ਨਾਲ ਇਹ ਚੰਗਾ ਨਹੀਂ ਕਿ ਕੋਈ 2-4-5 ਰੁਪਏ ਪੈਟਰੋਲ ਹੀ ਸਸਤਾ ਕਰ ਦੋ। ਉਹਦੇ ਨਾਲ ਬੰਦੇ ਜਿਹੜੇ ਨੇ ਉਹ ਸੁੱਖ ਦਾ ਸਾਹ ਲੈਣਗੇ। ਨਾਲੇ ਜੇ 1 ਲੀਟਰ ਤੁਸੀਂ ਮੁਫਤ ਦੇ ਵਿੱਚ ਦੇ ਸਕਦੇ ਹੋ ਤਾਂ ਉਹਦੇ ਲਈ ਪੈਸਾ ਤਾਂ ਦੱਸੋ ਵੀ ਕਿੱਥੋਂ ਆਊਗਾ? ਇਹ ਲੋਕਾਂ ਦੇ ਟੈਕਸ ਦਾ ਪੈਸਾ ਨਾ, ਤੇ ਲੋਕ ਟੈਕਸ ਇਸ ਲਈ ਦਿੰਦੇ ਆ ਵੀ ਤੁਸੀਂ ਆਪਣੀ ਵਾਹਵਾਹੀ ਖੱਟਣ ਦੇ ਲਈ ਤੇ ਕੁਝ ਵੀ ਪ੍ਰਚਾਰ ਕਰਦੇ ਰਹੋ। ਕਰਦੇ ਤਾਂ ਇਹ ਐਵੇਂ ਹੀ ਆ। ਅਸਲ ਦੇ ਵਿੱਚ ਨਾ ਇਹ ਸਾਡੀ ਨਬਜ਼ ਨੂੰ ਜਾਣ ਚੁੱਕੇ ਆ ਵੀ ਨਬਜ਼ ਇਹ ਕਿੰਨੀ ਕੁ ਚੱਲਦੀ ਹੈ। ਅਸੀਂ ਮੁਫਤ ਖੋ ਰਹੇ ਹਾਂ, ਸਾਡੀ ਨਬਜ਼ ਟੋਹ ਕੇ ਦੇਖ ਚੁੱਕੇ ਆ ਜੀ। ਵੀ ਸਾਨੂੰ ਮੁਫਤ ਦੀਆਂ ਚੀਜ਼ਾਂ ਕਿੰਨੀਆਂ ਕੁ ਚੰਗੀਆਂ ਲੱਗਦੀਆਂ। ਮੁਫਤ ਦੇ ਵਿੱਚ ਤਾਂ ਸਾਡੇ ਵਿੱਚੋਂ ਕਈ ਲੋਕ ਜ਼ਹਿਰ ਨਹੀਂ ਛੱਡਦੇ। ਮੁਫਤ ਦੇ ਵਿੱਚ ਮੈਂ ਤੁਹਾਨੂੰ ਇੱਕ ਗੱਲ ਸੁਣਾਈ ਤਾਂ ਸੀ, ਜੀ ਇੱਕ ਮੁੰਡਾ ਆਪਦੀ ਬੇਬੇ ਨੂੰ ਕਹਿੰਦਾ ਬੇਬੇ ਆਪਾਂ ਸ਼ੇਰ ਰੱਖ ਲਈਏ। ਕਹਿੰਦੀ ਨਾ ਪੁੱਤ, ਆਪਣੇ ਸਾਰੇ ਟੱਬਰ ਨੂੰ ਖਾ ਜੂ, ਇਹ ਨਾ ਲੈ ਕੇ ਆਈ, ਇਹ ਘਰੇ ਰੱਖਣ ਵਾਲੀ ਚੀਜ਼ ਨਹੀਂ ਹੁੰਦੀ, ਇਹ ਤਾਂ ਜੰਗਲੀ ਜਾਨਵਰ ਆ। ਜਾਂ ਇਹ ਚਿੜੀਆ ਘਰ 'ਚ ਹੁੰਦਾ, ਇਹ ਪਿੰਜਰੇ 'ਚ ਰੱਖੀਦਾ। ਕਹਿੰਦਾ ਬੇਬੇ ਮੁਫਤ 'ਚ ਮਿਲਦਾ। ਕਹਿੰਦੀ ਕੋਈ ਗੱਲ ਨਹੀਂ ਪੁੱਤ, ਫਿਰ ਭਾਵੇਂ 3 ਲੈ ਆਈ, ਮੁਫਤ 'ਚ ਮਿਲੇ, ਸਾਰੇ ਟੱਬਰ ਨੂੰ ਖਾ ਜੇ, ਪਰ ਸ਼ੇਰ ਵੀ ਰੱਖ ਲਾਂਗੇ, ਜੀ ਬਿਲਕੁਲ ਜ਼ਹਿਰ ਨਹੀਂ ਛੱਡਦੇ ਅਸੀਂ। ਪਰ ਜਿਹੜੇ ਲੋਕ ਗੈਰਤਮੰਦ ਆ, ਉਹ ਇਹਨਾਂ ਚੀਜ਼ਾਂ ਨੂੰ ਨਾ ਕਰਦੇ ਹਨ। ਇਹਨਾਂ ਦੀ ਗਿਣਤੀ ਵਧੇ ਨਾ ਕਰਨ ਵਾਲਿਆਂ ਦੀ। ਉਹ ਕਹਿਣ ਵੀ ਭਾਈ ਅਸੀਂ ਨਹੀਂ ਇਦਾਂ ਮੰਨਦੇ। ਜੀ ਇੱਕ ਦਿਨ ਕਹਿੰਦੇ ਵੀ ਇੱਕ ਬਜ਼ੁਰਗ ਦੇ ਕੋਲੇ ਇੱਕ ਨੇਤਾ ਚਲਾ ਗਿਆ, ਕਹਿੰਦਾ ਵੀ ਆ ਲੈ 1000 ਰੁਪਈਆ ਤੇ ਵੋਟ ਮੈਨੂੰ ਪਾਈ। ਉਹ ਕਹਿੰਦਾ ਮਾਲਕੋ ਤੁਸੀਂ ਵੱਡੇ ਬੰਦੇ ਆ, ਮੈਂ ਤੁਹਾਡੇ ਕੋਲੋਂ 1000 ਰੁਪਈਆ ਫੜਦਾ ਚੰਗਾ ਨਹੀਂ ਲੱਗਦਾ। ਮੇਰੇ ਕੋਲੇ ਇੱਕ ਖੋਤਾ ਸੀ, ਖੋਤੇ ਰੇੜੇ ਦਾ ਮੈਂ ਕੰਮ ਕਰਦਾ, ਭਾਰ ਢੋਣਾ ਮੈਂ। ਮੇਰੇ ਖੋਤੇ ਦੀ ਹੋ ਗਈ ਮੌਤ ਪਿੱਛੇ ਜੇ, ਤੇ ਮੈਨੂੰ 1000 ਰੁਪਈਆ ਨਾ ਦਿਓ, ਮੈਨੂੰ ਇੱਕ ਖੋਤਾ ਲਿਆ ਦਿਓ, ਮੈਨੂੰ ਖੋਤਾ ਚਾਹੀਦਾ, ਇਹਨਾਂ ਪੈਸੇ ਨਾਲ ਮੈਨੂੰ ਖੋਤਾ ਲਿਆ ਦਿਓ। ਉਹ ਕਹਿੰਦਾ ਪਾਗਲ ਆ ਬਾਪੂ, 1000 ਰੁਪਈਏ 'ਚ ਖੋਤਾ ਕਿੱਥੇ ਮਿਲਦਾ? ਤੇ ਕਹਿੰਦਾ 1000 ਰੁਪਈਏ 'ਚ ਖੋਤਾ ਨਹੀਂ ਮਿਲਦਾ, 1000 ਰੁਪਈਏ 'ਚ ਵੋਟ ਭਾਲਦਾ। ਵਾਹ, ਬਾਪੂ ਦੀ ਜ਼ਮੀਰ 1000 ਰੁਪਈਏ 'ਚ ਭਾਲਦਾ, ਡੰਡੀ ਪੈਸੋਂ। ਜ਼ਮੀਰ ਦੀ ਕੋਈ ਕੀਮਤ ਨਹੀਂ। ਬਿਲਕੁਲ ਸਹੀ। ਚੱਜ ਦਾ ਵਿਚਾਰ। ਹਰਮਨ ਜੀ, ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਦੀ ਇੱਕ ਮੁਲਾਕਾਤ ਸਾਹਮਣੇ ਆਈ ਹੈ। ਹਾਂਜੀ। ਇਸ ਮੁਲਾਕਾਤ ਦੇ ਵਿੱਚ ਉਹਨਾਂ ਨੇ ਪੰਜਾਬ ਤੇ ਸਿੱਖ ਪ੍ਰੇਮ ਦਰਸਾਇਆ। ਉਹ ਕਹਿੰਦੇ ਵੀ ਦੇਖੋ, ਮੈਂ ਗਿਆ ਸੀ ਫਿਰੋਜ਼ਪੁਰ ਦੇ ਵੱਲ, ਜਦੋਂ ਸਵਾਲ ਕੀਤਾ ਵੀ ਭਾਈ ਉੱਥੋਂ ਤੁਸੀਂ ਵਾਪਸ ਆ ਗਏ ਆ ਤੇ ਤੁਹਾਡੇ ਮਨ ਦੇ ਉੱਤੇ ਸੱਟ ਵੱਜੀ, ਉਹ ਕਹਿੰਦੇ ਇਹ ਮਾਮਲਾ जो सुप्रीम कोर्ट में है और इस पर मैं कोई भी टिप्पणी नहीं करनी चाहता और इसके साथ जांच पड़ताल प्रभावित हो सकती है। ਅੱਛਾ ਜੀ। ਉਸ ਤੋਂ ਬਾਅਦ ਪੱਤਰਕਾਰ ਬੀਬੀ ਨੇ ਸਵਾਲ ਇਹ ਕੀਤਾ, ਉਹ ਕਹਿੰਦੇ ਵੀ ਭਾਈ ਤੁਸੀਂ ਕੀ ਕਹਿਣਾ ਚਾਹੋਗੇ ਪੰਜਾਬ ਦੇ ਬਾਰੇ ਜਾਂ ਹੋਰ ਵੱਖ-ਵੱਖ ਵਿਸ਼ਿਆਂ ਦੇ ਉੱਤੇ? वो कहने पंजाब से तो मेरा संबंध बड़ा पुराना है। अच्छा। मैं पंजाब में बहुत देर पहले भी जाता था, आज भी जाता हूँ। सीमांत किसान को ऊपर उठाने के लिए तो मैं बहुत कार्य कर रहा हूँ। अच्छा। मैं तो दरमियाने किसान को, गरीब किसान को ऊपर लेके जाना चाहता हूँ। ताई किसान तौर के दिल्ली तक पहुंच गए सी। अगली गल भी सुनो ना जी। वो कहने एक बार मैं गया था पंजाब में, जी। शायद मोगे का वाकया है या तरन तारण का, मुझे याद नहीं। अच्छा। वो कहने मैं नहीं कहना, ਉਦਾਂ ਕਹਿੰਦੇ ਮੈਂ ਉੱਥੇ ਜਾਂਦਾ ਬਹੁਤ ਆ ਤਾਂ ਉਹਨਾਂ ਨੂੰ ਇਹ ਨਹੀਂ ਪਤਾ ਭੁੱਲ ਮੋਗਾ ਗਏ ਕਿੱਥੇ ਹੋਣੇ ਨਾ। ਤਰਨਤਾਰਨ ਕਿੱਥੇ। ਉਹ ਕਹਿੰਦੇ ਇਹ ਅੱਤਵਾਦ ਦੇ ਦੌਰ ਦੀ ਗੱਲ ਆ। ਅੱਛਾ। ਕਈ ਵਾਰੀ ਸ਼ਹਿਰ ਚੇਤੇ ਦੇ ਵਿੱਚੋਂ ਨਿਕਲ ਜਾਂਦਾ। ਉਹ ਕਹਿੰਦੇ मैं गया था और मेरी एम्बेसडर गाड़ी खराब हो गई। ओके। अंधेरा हो रहा था और साथ वाले खेत में 2-3 सरदार थे जो हमारे पास आए और वो बोले कि हम भी धक्का लगाते हैं। धक्का लगाए मगर गाड़ी स्टार्ट नहीं हुई। ठीक। वो सरदार बाकमाल इंसान थे। वो हमें अपनी झोंपड़ी में ले गए और अपना खाना खिलाया। ये इतने अच्छे सरदार होते हैं। और हमें बोले कि यहीं सो जाओ, और सुबह अचानक एक मैकेनिक को लेके आए और हमारी गाड़ी ठीक भी करवा दी। अच्छा। ऐसे सरदार होते हैं। ओके। सरदार वाकई जिंदा दिल ਹੁੰਦੇ ਨੇ। ਸਾਰੇ ਲੋਕ ਹੀ ਚੰਗੇ ਹੁੰਦੇ ਆ, ਸਰਦਾਰ ਅਸਰਦਾਰ ਜ਼ਿੰਦਾਬਾਦ। ਬਿਲਕੁਲ ਸਹੀ। ਅਸੀਂ ਕਿਸੇ ਵੀ ਧਰਮ ਨੂੰ ਘਾਟਿਆਂ ਵੱਧ ਨਹੀਂ ਜਾਣਦੇ। ਸਾਰੇ ਧਰਮ ਇੱਕ ਸਮਾਨ ਬਰਾਬਰ ਨੇ। ਸਾਰੇ ਭੈਣਾਂ ਵੀਰ ਵੀ ਬਹੁਤ ਚੰਗੇ ਆ। ਜੀ। ਮੁਸਲਮਾਨ ਵੀ, ਕ੍ਰਿਸਚਨ ਵੀ, ਜੈਨੀ, ਬੋਧੀ ਵੀ, ਅਸੀਂ ਬਣਾਏ ਵੱਖ-ਵੱਖ ਧਰਮਾਂ 'ਚ ਇਹ ਵੰਡੇ ਆ। ਫੁਲਵਾੜੀ ਹੈ ਟਾਣਾ ਸਾਹਿਬ, ਇਹ 'ਚ ਅਸੀਂ ਵੱਖੋ ਵੱਖਰੇ ਫੁੱਲ ਆ। ਸਾਰੇ ਧਰਮਾਂ ਦੇ ਲੋਕ ਇਹਦੇ ਫੁੱਲ ਨੇ। ਅਸੀਂ ਕਦੇ ਨਹੀਂ ਆਪਸ 'ਚ ਵੰਡ ਪਾਈ। ਇਹ ਸਿਆਸਤਦਾਨ ਜ਼ਰੂਰ ਪਾਉਂਦੇ ਨੇ। ਗੱਲ ਇਹ ਹੈ ਵੀ ਹੁਣ ਜਿਹੜੀਆਂ ਇਹ ਗੱਲਾਂ ਚੇਤੇ ਆ ਰਹੀਆਂ ਨੇ ਪਹਿਲਾਂ ਭੁੱਲ ਗਈਆਂ ਸੀ। ਨਹੀਂ ਪਹਿਲਾਂ ਵੀ ਚੇਤੇ ਹੋਣਗਾ। ਦੇਖੋ ਹੁਣ ਪ੍ਰਧਾਨ
ਮੰਤਰੀ ਸਾਹਿਬ ਨੇ 3 ਦਿਨ ਦੇ ਲਈ ਰੈਲੀ ਦੇ ਵਿੱਚ ਆਉਣਾ। ਇੱਕ ਤਾਂ ਉਹਨਾਂ ਨੇ ਵੈਲੈਂਟਾਈਨ ਡੇ ਵਾਲੇ ਦਿਨ ਆਉਣਾ ਪੰਜਾਬ ਦੇ ਵਿੱਚ, ਜਲੰਧਰ ਦੇ ਵਿੱਚ ਆਉਣਾ ਪਿਆਰ ਦਾ ਹੋਕਾ ਦੇਣ। ਅੱਛਾ ਜੀ। ਫਿਰ ਉਹਨਾਂ ਨੇ 16 ਤਰੀਕ ਨੂੰ ਜਾਣਾ ਹੈਗਾ ਗੁਰਦਾਸਪੁਰ ਦੇ ਵੱਲ, ਪਠਾਨਕੋਟ ਦੇ ਵੱਲ। ਫਿਰ ਉਹਨਾਂ ਨੇ ਜਾਣਾ ਹੈਗਾ 17 ਤਰੀਕ ਨੂੰ ਅਬੋਹਰ ਦੇ ਵੱਲ। ਕਹਿੰਦੇ ਵੀ ਹਮ ਤੋਂ ਸਭੀ का दिल जीतेंगे और पंजाब बहुत ही अच्छा स्टेट है, ਕਮਾਲ ਕੇ ਲੋਕ ਹੈ ਹੈਗੇ ਬਈ, ਕਮਾਲ ਦੇ ਹੀ ਆ। ਇਸੇ ਕਰਕੇ ਤਾਂ ਅਸੀਂ ਅੰਦੋਲਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਬਿਲਕੁਲ ਸਹੀ ਹੈ। ਇਸ ਲਈ ਤਾਂ ਗਲਤ ਦੇ ਖਿਲਾਫ ਅਸੀਂ ਖੜਨਾ ਜਾਣਦੇ ਹਾਂ, ਇਸ ਲਈ ਅਸੀਂ ਦੂਸਰਿਆਂ ਦੀ ਮਦਦ ਕਰਨਾ ਵੀ ਜਾਣਦੇ ਹਾਂ। ਆਪ ਜੀ ਨੇ ਸਾਨੂੰ ਪਿਆਰ ਦੇ ਨਾਲ ਮਨਾਉਣ ਦੀ ਕੋਸ਼ਿਸ਼ ਕੀਤੀ। ਹਮ ਤੋਂ ਦਰਿਆ ਦਿਲ ਹੈ, ਹਮ ਮਾਨ ਵੀ ਗਏ, ਉਸੇ ਵੇਲੇ ਮੰਨ ਗਏ। ਅਸੀਂ ਕੋਈ ਚੂੰ-ਪੈ ਨਹੀਂ ਕੀਤੀ। 1 ਸਾਲ ਬਾਅਦ ਵੀ ਮੰਨ ਗਏ। ਹਾਂ, ਇੰਨਾ ਕੁਝ ਗਵਾਉਣ ਤੋਂ ਬਾਅਦ ਵੀ ਮੰਨ ਗਏ। ਸੋ ਪੰਜਾਬ ਦੇ ਲੋਕਾਂ ਦਾ ਭਲਾ ਹੋਵੇ ਤੇ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਦੇ ਲੋਕਾਂ ਬਾਰੇ ਸੋਚਣ, ਸਾਰੇ ਹੀ ਨੇਤਾ ਸੋਚਣ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਪਰ ਮੈਨੂੰ ਇੱਕ ਜਾਣਕਾਰੀ 'ਚ ਵਾਧਾ ਕਰਿਓ, ਹਿੰਦੀ ਕਿਵੇਂ ਸੀ ਦਾਸ ਦੀ? ਪੂਰੀ ਕਮਾਲ। ਅੱਗੇ ਨਾਲੋਂ ਸੁਧਰੀ ਆ ਨਾ? ਹਾਂ। ਮੈਂ ਨਾ ਵਿੱਚ ਵਿਚਾਲੇ ਹਿੰਦੀ ਛੱਡਦਾ ਹੁੰਦਾ। ਹਾਂਜੀ। ਉਹਦਾ ਕਾਰਨ ਇਹ ਆ, ਇੱਕ ਦਿਨ ਭਾਜੀ ਕਹਿੰਦੇ ਨਾ ਮਾਲਕ ਸਾਹਿਬ ਕਹਿੰਦੇ ਵੀ ਆਪਾਂ ਆਉਂਦੇ ਸਮੇਂ 'ਚ ਹਿੰਦੀ ਚੈਨਲ ਵੀ ਸ਼ੁਰੂ ਕਰਾਂਗੇ। ਮੈਂ ਕਿਹਾ ਮੌਕਾ ਹੀ ਆ, ਟਾਣਾ ਸਾਹਿਬ ਛਾ ਜਾਓ। ਮੈਂ ਆਖਿਆ ਮੈਂ ਹਿੰਦੀ ਵੀ खबर की खबर करूंगा सीधा ही। कमाल कर रहे हो। गणमान्य लोगों के साथ जब बैठूंगा ना मैं, वाट ਕੱਢ ਦੂੰਗਾ। ਉਹ ਵਾਟ ਨਹੀਂ ਹੁੰਦਾ, ਵਾਟ ਮੈਂ ਕਿਹਾ ਪੈਦਲ ਵਾਲੀ ਹੁੰਦੀ ਆ ਉਹ ਪੰਜਾਬੀ ਚ ਹੁੰਦੀ ਹੈ। ਚਲੋ ਸਾਡੇ ਐਂ ਚੱਲਦੀ ਆ। ਤੁਹਾਡੀ ਹੁਣ ਅਸੀਂ ਕਿਤਨਾ ਕਿਤੇ ਟਿਊਸ਼ਨ ਰਖਾਉਂਦੇ ਆ ਹਾਂ ਹਿੰਦੀ ਸਿਖਾਉਣ ਦੇ ਲਈ। ਮੈਂ ਪੰਜਾਬੀ ਸਿਖਾ ਕੇ ਆ ਜਾਣੀ ਉਹਨੂੰ। ਮੈਂ ਤਾਂ ਹੀ ਤਾਂ ਕਹਿ ਰਹੀ ਮੈਂ ਕਹਿੰਦਾ ਇਹ ਤੇਰੀਆਂ ਭਾਵਨਾਵਾਂ ਕੀ ਕਹਿਣੀਆਂ, ਛਿੱਲੀਆਂ ਬਲੂੰਦਰੀਆਂ ਹੋਈਆਂ ਭਾਵਨਾਵਾਂ ਕੀ ਕਹਿਣੀਆਂ, ਗੁੜਚ ਹੋ ਕੇ ਰਿਹਾ ਕਰ ਕੰਮ ਦੇ ਵਿੱਚ। ਭੁੱਲ ਜੂਗਾ, ਪੱਕਾ ਭੁੱਲ ਜੂਗਾ। ਬੇਹੇ ਤੇ ਚਿੱਥੇ ਤੇ ਛਿਦਰੇ ਹੋਏ ਵਿਚਾਰ ਮੈਨੂੰ ਪਸੰਦ ਨਹੀਂ। ਮੈਂ ਕਹਿਣਾ ਹਾਏ 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 ਹਾਏ, ਟਾਣਾ ਸਾਹਿਬ ਤੁਸੀਂ ਪੰਜਾਬੀ ਚ ਗੱਲ ਕਰਿਆ ਕਰੋ। ਠੀਕ ਆ। ਹਾਂ, ਸਾਰੀਆਂ ਭਾਸ਼ਾਵਾਂ ਦਾ ਸਤਿਕਾਰ ਕਰਦੇ ਆ, ਪਰ ਪੰਜਾਬੀ ਸਾਡੀ ਮਾਂ ਬੋਲੀ ਹੈ। ਮਾਂ ਬੋਲੀ ਪੰਜਾਬੀ ਜ਼ਿੰਦਾਬਾਦ। ਜੀ ਬਿਲਕੁਲ। ਤਿੰਨਾਂ ਮਾਵਾਂ ਦਾ ਬਹੁਤ ਸਤਿਕਾਰ ਕਰੋ, ਜੰਮਣ ਵਾਲੀ ਦਾ, ਬੋਲੀ ਦਾ ਤੇ ਧਰਤੀ ਦਾ। ਵਾਹ ਕੀ ਬਾਤ ਹੈ। ਤੇ ਜਿਹੜਾ ਬੰਦਾ ਇਹਨਾਂ ਤਿੰਨਾਂ ਦਾ ਸਤਿਕਾਰ ਕਰਦਾ ਉਹ ਜ਼ਰੂਰ ਜ਼ਿੰਦਗੀ ਦੇ ਵਿੱਚ ਕੁਝ ਹਾਸਲ ਕਰਦਾ। ਬਿਲਕੁਲ ਸਹੀ ਗੱਲ। ਤੇ ਹੁਣ ਆਪਾਂ ਚੱਲੀਏ। ਬਿਲਕੁਲ। ਜਾਣਦਾ ਹੋ ਗਿਆ ਵੇਲਾ, ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤਾਈਂ ਪਹੁੰਚਾਇਓ। ਦੋਵਾਂ ਨੂੰ ਫਿਲਹਾਲ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ।